ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨੁਖ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਣਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਹਿਰ ਆਨੰਦ ਬਿਲੰਦ ਕਰ ਸ੍ਰੀ ਹਰਿ ਗੋਬਿੰਦ ਚੰਦ। ਸੁੰਦਰ ਮੰਦਰ ਕੋ ਗਏ ਮੁਖ ਮੇ ਨੰਦ ਅਰਬਿੰਦ। ਵਹਿਰ ਆਨੰਦ ਬਿਲੰਦ ਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ। ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਨਤਾ ਦੇ ਯੋਗ ਹੋ। ਜੋ ਸਤਿਗੁਰਾਂ ਦੀ ਗੋਦ ਦਾ ਆਨੰਦ ਮਾਣ ਰਹੇ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਆਪ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੀਰੀ ਪੀਰੀ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸ੍ਰੀ ਵਿਵੇਕਸਰ ਸਾਹਿਬ ਜੀ ਵਿਖੇ ਲੜੀਵਾਰ ਕਥਾ ਦੀ ਆਰੰਭਤਾ ਹੋਈ ਹੈ। ਕੱਲ੍ਹ ਦੇ ਸਮੇਂ ਦੇ ਵਿੱਚ ਆਪ ਸੰਗਤ ਨੇ ਸਰਵਣ ਕੀਤਾ। ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਉਹਨਾਂ ਦੀ ਸੇਵਾ ਲਗਾ ਕਰਕੇ ਸ਼੍ਰੀ ਸਹਿਜ ਪਾਠ ਕਰਵਾਏ ਗਏ।
ਸ਼੍ਰੀ ਸਹਿਜ ਪਾਠ ਦੀ ਸਮਾਪਤੀ ਤੋਂ ਉਪਰੰਤ ਬਾਬਾ ਜੀ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੁੰਦਰ ਪੁਸ਼ਾਕ ਤਿਆਰ ਕਰਵਾਈ ਔਰ ਬਾਬਾ ਜੀ ਨੇ ਉਹ ਜੋ ਪੁਸ਼ਾਕ ਸੀ ਉਸੇ ਵਕਤ ਹੀ ਪਹਿਨ ਲਈ। ਫਿਰ ਜੋ ਰਾਗੀ ਸਿੰਘ ਸਨ, ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ, ਉਹਨਾਂ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੇਵਾ ਕੀਤੀ ਵਸਤਰ ਆਦਿਕਾਂ ਦੇ ਨਾਲ। ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਵੀ ਇਹ ਬਚਨ ਲਿਖੇ ਹੋਏ ਹਨ ਕਿ ਜਿਨ੍ਹਾਂ ਦੇ ਕੋਲੋਂ ਗੁਰਬਾਣੀ ਦੀ ਸੇਵਾ ਕਰਵਾਉਣੀ ਹੈ, ਉਹਨਾਂ ਦੀ ਵਸਤਰ ਮਾਇਆ ਆਦਿਕ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ ਯਥਾ ਸ਼ਕਤ। ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਕਿ ਇਸ ਮਰਜ਼ਾਦਾ ਨੂੰ ਤੋਰਨ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਜੀ, ਰਾਗੀ ਸਿੰਘਾਂ ਦੀ ਅਤੇ ਹੋਰ ਗੁਰਸਿੱਖਾਂ ਦੀ ਸੇਵਾ ਕੀਤੀ। ਉਪਰੰਤ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜੋ ਪਿਤਾ ਪੁਰਖੀ ਦਸਤਾਰ ਸੀ, ਉਹ ਵੱਖ-ਵੱਖ ਜੋ ਪਰਿਵਾਰਾਂ ਦੇ ਵਿੱਚੋਂ, ਰਿਸ਼ਤੇਦਾਰੀ ਦੇ ਵਿੱਚੋਂ ਆਏ ਸਨ, ਬਾਬਾ ਮੋਹਰੀ ਜੀ ਆਦਿਕ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅੰਸ਼ ਬੰਸ ਦੇ ਵਿੱਚੋਂ, ਡੱਲੇ ਪਿੰਡ ਦੇ ਵਿੱਚੋਂ, ਹੋਰ ਜਿੱਥੋਂ ਵੀ ਗੁਰਮੁਖ ਪਿਆਰੇ ਆਏ ਸਨ, ਉਹਨਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਦਸਤਾਰਾਂ ਜੋ ਸੀ ਉਹ ਦੇਣਾ ਕੀਤੀਆਂ। ਐਸੇ ਮਹਾਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਪ੍ਰਣ ਕੀਤਾ ਸੀ ਕਿ ਜਿਨ੍ਹੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਚੰਦੂ ਵਰਗੇ ਨੇ ਸ਼ਹੀਦ ਕੀਤਾ ਹੈ, ਉਸ ਨੂੰ ਉਹਦੀ ਕੀਤੀ ਦਾ ਫਲ ਭੁਗਤਾਉਣਾ ਹੈ। ਜਿਹੜੇ ਮਸੰਦ ਸਨ, ਕੁਝ ਸਧਾਰਨ ਬਿਰਤੀ ਵਾਲੇ, ਉਹਨਾਂ ਨੇ ਸ਼ੰਕਾ ਕੀਤਾ। ਸ਼੍ਰੀ ਮਾਤਾ ਗੰਗਾ ਜੀ ਦੇ ਕੋਲ ਜਾ ਕੇ ਵੀ ਉਹਨਾਂ ਨੇ ਬਚਨ ਆਖੇ ਵੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਮਝਾਓ। ਮਾਤਾ ਜੀ ਨੇ ਪਹਿਲਾਂ ਤਾਂ ਉਹਨਾਂ ਨੂੰ ਆਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਮਰੱਥ ਹਨ, ਉਹ ਕੋਈ ਭੁੱਲੇ ਹੋਏ ਨਹੀਂ ਹਨ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਕਦੇ ਵਾਸਤੇ ਵੀ ਭੁੱਲ ਨਹੀਂ ਕਰਦਾ ਹੈ। ਇਸ ਤਰ੍ਹਾਂ ਮਹਾਨ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਿੱਖ ਜਗਤ ਦੇ ਵਿੱਚ ਇਸ ਤਰ੍ਹਾਂ ਮੰਨਿਆ ਜਾ ਸਕਦਾ ਵੀ ਸਭ ਤੋਂ ਪਹਿਲਾਂ ਸ੍ਰੀ ਸਹਿਜ ਪਾਠ ਜੋ ਸੀ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਿਮਿਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਕਰਵਾਉਣਾ ਕੀਤਾ। ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਜੋ ਪਿਤਾ ਪੁਰਖੀ ਦਸਤਾਰ ਸੀ ਉਹ ਜੀ ਮਿਲਣਾ ਕੀਤੀ। ਐਸੇ ਮਹਾਨ ਦੀਨ ਦਿਆਲ ਮਹਿਮਾ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਵੇਂ ਜਿਵੇਂ ਕੌਤਕ ਰਚਾਉਂਦੇ ਹਨ, ਇੱਥੋਂ ਤੱਕ ਆਪ ਜੀ ਨੇ ਕੱਲ੍ਹ ਦੇ ਸਮੇਂ ਦੇ ਵਿੱਚ ਸਰਵਣ ਕੀਤਾ ਸੀ। ਇਸ ਤੋਂ ਅੱਗੇ ਜਿਵੇਂ ਜਿਵੇਂ ਪ੍ਰਸੰਗ ਆ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ
ਵਹਿਰੇ ਆਨੰਦ ਬਿਲੰਦ ਕਰ ਸ੍ਰੀ ਹਰਿ ਗੋਬਿੰਦ ਚੰਦ। ਬਾਹਰ ਬੜੀ ਪ੍ਰਸੰਨਤਾ ਦੇ ਨਾਲ, ਬੜੇ ਆਨੰਦ ਦੇ ਵਿੱਚ, ਕਿਉਂਕਿ ਜੋ ਸਤਿਪੁਰਸ਼ ਹੋਇਆ ਕਰਦੇ ਹਨ ਉਹ ਹਮੇਸ਼ਾ ਇੱਕ ਰਸ ਰਿਹਾ ਕਰਦੇ ਹਨ। ਇਸ ਤਰ੍ਹਾਂ ਕਿਉਂਕਿ ਮਹਾਰਾਜ ਜੀ ਨੇ ਪਿੱਛੇ ਬਚਨ ਕੀਤੇ ਸਨ, ਇਤਿਹਾਸ ਦੇ ਵਿੱਚ ਆਏ ਹਨ, ਜਿਹੜੇ ਆਪਣੇ ਜੀਵਨ ਦੀ ਬਾਜੀ ਨੂੰ ਹਾਰ ਕੇ ਜਾਂਦੇ ਹਨ, ਜਿਨ੍ਹਾਂ ਨੇ ਮਨੁੱਖਾ ਜੀਵਨ ਪ੍ਰਾਪਤ ਕਰਕੇ ਕੋਈ ਸਿਮਰਨ ਨਹੀਂ ਕੀਤਾ, ਕੋਈ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ, ਕੋਈ ਸੰਗਤ ਨਹੀਂ ਕੀਤੀ, ਕੋਈ ਪਰਉਪਕਾਰ ਦੇ ਕੰਮ ਨਹੀਂ ਕੀਤੇ, ਐਸੇ ਲੋਕ ਸੋਚਣ ਦੇ ਯੋਗ ਹੋਇਆ ਕਰਦੇ ਹਨ। ਜਿਹੜੇ ਸਤਿਪੁਰਸ਼ ਹੋਇਆ ਕਰਦੇ ਹਨ, ਮਹਾਰਾਜ ਜੀ ਨੇ ਪਿੱਛੇ ਜ਼ਿਕਰ ਕੀਤਾ ਹੈ ਕਿ ਨਾਮ ਲੀਏ ਤੇ ਹੋਵਤ ਹਾਜ਼ਰ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਤੇ ਗਏ ਨਹੀਂ ਹਨ। ਜਿਹੜਾ ਵੀ ਪਿਆਰ ਨਾਲ, ਸ਼ਰਧਾ ਨਾਲ ਉਹਨਾਂ ਨੂੰ ਯਾਦ ਕਰਦਾ ਹੈ, ਉਸੇ ਵਕਤ ਹੀ ਹਾਜ਼ਰ ਹੋ ਜਾਂਦੇ ਹਨ। ਆਪਣੇ ਪਿਆਰਿਆਂ ਦੇ, ਸ਼ਰਧਾਲੂਆਂ ਦੇ ਕਾਰਜ ਸਵਾਰਦੇ ਹਨ, ਜਿਵੇਂ ਸਰੀਰ ਹੁੰਦਿਆਂ ਸਵਾਰਦੇ, ਉਸੇ ਤਰ੍ਹਾਂ ਹੀ ਜੋਤੀ ਜੋਤ ਸਮਾਉਣ ਤੋਂ ਬਾਅਦ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਯਾਦ ਕਰਨ ਵਾਲਿਆਂ ਦੇ ਕਾਰਜ ਸਵਾਰਦੇ ਹਨ, ਹਾਜ਼ਰ ਨਾਜ਼ਰ ਹਨ। ਇਸ ਤਰ੍ਹਾਂ ਪੂਰਨ ਪ੍ਰਸੰਨਤਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਜਦ ਮਹਿਲਾਂ ਦੇ ਵਿੱਚ, ਗੁਰੂ ਕੇ ਮਹਿਲਾਂ ਦੇ ਵਿੱਚ ਜਾਂਦੇ ਹਨ। ਸੁੰਦਰ ਮੰਦਰ ਕੋ ਗਏ ਮੁਖ ਮਨਿੰਦ ਅਰਬਿੰਦ। ਸੁੰਦਰ ਮਹਿਲਾਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਏ। ਸਤਿਗੁਰਾਂ ਦਾ ਮੁਖੜਾ ਜੋ ਹੈ ਉਹ ਭਾਈ ਸਾਹਿਬ ਜੀ ਕਹਿੰਦੇ ਅਰਬਿੰਦ ਕਮਲ ਦੀ ਤਰ੍ਹਾਂ ਖਿੜਿਆ ਹੋਇਆ ਹੈ। ਚਾਉ ਪਈ ਜਨਨੀ ਕੋ ਪਿਖ ਮਸਤਕ ਟੇਕਾ। ਆਪਣੇ ਸਤਿਕਾਰਯੋਗ ਮਾਤਾ ਸ਼੍ਰੀ ਮਾਤਾ ਗੰਗਾ ਜੀ ਨੂੰ, ਉਹਨਾਂ ਦਾ ਦਰਸ਼ਨ ਕਰਕੇ, ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਮਰਜ਼ਾਦਾ ਪੁਰਸ਼ੋਤਮ ਸਤਿਗੁਰੂ ਜੀ ਨੇ ਮੱਥਾ ਟੇਕਿਆ। ਨਿਕਟ ਬੈਠ ਗਏ ਜਲਦ ਬਬੇਕਾ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਸਾਗਰ ਤੋਂ ਪਾਰ ਲੰਘਾਉਣ ਵਾਲੇ ਸ਼੍ਰੀ ਮਾਤਾ ਗੰਗਾ ਜੀ ਦੇ ਕੋਲ ਬੈਠ ਗਏ। ਕਰ ਦੁਲਾਰ ਕਰ ਗੰਗਾ ਫੇਰਾ। ਸ਼੍ਰੀ ਮਾਤਾ ਗੰਗਾ ਜੀ ਨੇ ਬਹੁਤ ਪਿਆਰ ਕਰਕੇ, ਕਰਦਿਆਂ ਹੋਇਆਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੀਸ ਦੇ ਉੱਪਰ ਆਪਣਾ ਹੱਥ ਫੇਰਿਆ। ਕਿਉਂਕਿ ਭਾਵੇਂ ਸਤਿਗੁਰੂ ਜੀ ਗੁਰਤਾ ਗੱਦੀ ਦੇ ਮਾਲਕ ਹਨ, ਪਰ ਮਾਂ ਪੁੱਤਰ ਵਾਲਾ ਵੀ ਸੰਬੰਧ ਹੈ ਨਾ। 11 ਸਾਲ ਦੀ ਉਮਰ ਹੈ, ਉਮਰ ਵੀ ਛੋਟੀ ਹੈ। ਇਸ ਕਰਕੇ ਮਾਤਾ ਗੰਗਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੀਸ ਦੇ ਉੱਪਰ ਆਪਣਾ ਹੱਥ ਫੇਰਿਆ। ਹਿਰਦੇ ਸਨੇਹ ਅਸ਼ੇਹ ਵਡੇਰਾ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਬਹੁਤ ਭਾਰੀ ਸਨੇਹ, ਬਹੁਤ ਭਾਰੀ ਗਹਿਰਾ ਪਿਆਰ ਹੈ। ਹੇ ਸੁਤ ਅਬ ਅਲੰਬ ਸਭ ਕੇਰੇ। ਆਖਣ ਲੱਗੇ, ਹੇ ਪੁੱਤਰ, ਤੁਸੀਂ ਹੁਣ ਸਾਰੀਆਂ ਸੰਗਤਾਂ ਦੇ ਆਸਰਾ ਰੂਪ ਹੋ। ਤੁਸੀਂ ਹੀ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਨਾ ਹੈ। ਤੁਸੀਂ ਹੀ ਸੰਗਤਾਂ ਨੂੰ ਜੀਵਨ ਦਾਨ ਦੇਣਾ ਹੈ। ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ। ਐਸੇ ਬਚਨ ਮਾਤਾ ਗੰਗਾ ਜੀ ਕਰਦੇ ਹਨ। ਸਿੱਖ ਸੰਗਤ ਹਮ ਤੁਮ ਦਸ਼ਹੇਰੇ। ਔਰ ਜੋ ਸਿੱਖ ਸੰਗਤਾਂ ਹਨ, ਜਾਂ ਹੁਣ ਤੁਹਾਡੀ ਤਰਫ ਦੇਖ ਰਹੀਆਂ ਹਨ ਜਾਂ ਮੇਰੀ ਤਰਫ ਦੇਖ ਰਹੀਆਂ ਹਨ, ਉਹਨਾਂ ਦਾ ਧਿਆਨ ਹੁਣ ਸਾਡੇ ਵੱਲ ਹੈ। ਨਹੀਂ ਆਪ ਗਰ ਸੇਲੀ ਮੇਲੀ। ਜਿਸ ਤਰ੍ਹਾਂ ਮਸੰਦਾਂ ਨੇ ਇਹ ਕਿਹਾ ਸੀ ਵੀ ਉਸੇ ਤਰ੍ਹਾਂ ਹੀ ਪਹਿਲੇ ਸਤਿਗੁਰਾਂ ਦੀ ਤਰ੍ਹਾਂ ਹੀ ਗੱਦੀ ਲਗਾ ਕੇ ਬੈਠੋ, ਮਾਲਾ ਆਦਿਕ ਪਹਿਨੋ, ਉਹ ਤੁਸੀਂ ਨਹੀਂ ਕੀਤਾ ਹੈ। ਰੀਤ ਵੱਡਨ ਕੀ ਕਿਉਂ ਕਰ ਪੇਲੀ। ਇਹ ਪਿੱਛੋਂ ਤੋਂ ਰੀਤ ਜੋ ਸੀ ਗੱਦੀ ਲਗਾ ਕੇ ਬੈਠਣ ਵਾਲੀ ਚੱਲੀ ਆਈ ਸੀ, ਤੁਸੀਂ ਹਟਾਉਣਾ ਕੀਤੀ ਹੈ।
ਚੰਦ ਪਾਤ ਕੀ ਅਦਕ ਵਿਰੋਧੀ। ਜਿਹੜਾ ਚੰਦੂ ਹੈ ਪਾਪੀ, ਬਹੁਤ ਗੁਰੂ ਘਰ ਦਾ ਵਿਰੋਧੀ ਹੈ, ਗੁਰੂ ਘਰ ਦਾ ਦੋਖੀ ਹੈ, ਬਹੁਤ ਖੋਟੀ ਨੀਅਤ ਵਾਲਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਹਨ, ਕਹਿੰਦੇ ਕੋਇਲਾ ਸੀਤਲ ਕਰ ਕਰਤ ਸ਼ਿਆਮ ਗਹਿ, ਪਰਸ ਤਪਤ ਪਰ ਦਗਧ ਕਰਤ ਹੈ। ਕਹਿੰਦੇ ਕਈ ਬੰਦੇ ਨਹੀਂ ਹੁੰਦੇ, ਨਿਰੇ ਕੋਲਾ ਹੀ ਹੁੰਦੇ ਹਨ। ਕੋਲੇ ਨੂੰ ਠੰਡੇ ਨੂੰ ਹੱਥ ਤੇ ਰੱਖੋ ਕਾਲਖ ਲੱਗੇਗੀ, ਗਰਮ ਨੂੰ ਰੱਖੋ ਹੱਥ ਨੂੰ ਸਾੜੇਗਾ। ਕੂਕਰ ਕੇ ਚਾਟਤ ਕਲੇਵਰੇ ਲਾਗੇ ਛੋਤ, ਕਾਟਤ ਸਰੀਰ ਪੀਰ ਧੀਰ ਨਾ ਧਰਤ ਹੈ। ਕਈ ਬੰਦੇ ਨਹੀਂ ਹੁੰਦੇ, ਨਿਰੇ ਕੁੱਤੇ ਹੀ ਹੁੰਦੇ ਹਨ। ਕੁੱਤੇ ਦਾ ਚਟਿਆ ਵੀ ਮਾੜਾ, ਉਹਦਾ ਕੱਟਿਆ ਵੀ ਮਾੜਾ। ਪਿੱਛੇ ਗੁਰਸਿੱਖਾਂ ਨੇ ਕਿਹਾ ਵੀ ਸੀ ਨਾ ਚੰਦੂ ਨੂੰ ਵੀ ਕੁੱਤਾ ਹੈ। ਸਤਿਗੁਰਾਂ ਨੇ ਆਪਣੇ ਉੱਪਰ ਜ਼ਿੰਮੇਵਾਰੀ ਲੈ ਲਈ ਸੀ। ਅਸੀਂ ਨੇ ਕਿਹਾ, ਸਾਡੇ ਸਿੱਖਾਂ ਨੇ ਕਿਹਾ, ਸਾਡੇ ਵੱਲੋਂ ਹੀ ਕਿਹਾ ਹੋਇਆ ਸਮਝਿਆ। ਭਾਈ ਸਾਹਿਬ ਜੀ ਬਚਨ ਕਰਦੇ ਹਨ, ਫੂਟਤ ਜਿਉ ਗਾਗਰ ਪਰਤ ਹੀ ਪਖਾਨ ਪਰ, ਪਾਹਨ ਪਰਤ ਪੁੰਨ ਗਾਗਰ ਹਰਤ ਹੈ। ਕਹਿੰਦੇ ਕਈ ਬੰਦੇ ਨਹੀਂ ਹੁੰਦੇ, ਨਿਰੇ ਪੱਥਰ ਹੀ ਹੁੰਦੇ ਹਨ। ਪੱਥਰ ਘੜੇ ਦੇ ਉੱਪਰ ਡਿੱਗੇ ਤਾਂ ਵੀ ਘੜਾ ਹੀ ਟੁੱਟਦਾ ਹੈ, ਜੇ ਘੜਾ ਪੱਥਰ ਦੇ ਉੱਪਰ ਡਿੱਗੇ ਤਾਂ ਵੀ ਘੜਾ ਹੀ ਟੁੱਟਦਾ ਹੈ। ਕਬੀਰ ਸਾਹਿਬ ਜੀ ਨੇ ਵੀ ਆਖਿਆ ਹੈ ਨਾ ਵੀ ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਏ, ਸਾਖਤ ਸੰਗ ਨਹੇਰ। ਸੰਤਾਂ ਦਾ ਹਿਰਦਾ, ਮਹਾਂਪੁਰਸ਼ਾਂ ਦਾ ਹਿਰਦਾ ਬੜਾ ਕੋਮਲ ਹੁੰਦਾ ਹੈ। ਸੰਸਾਰ ਦੇ ਕਈ ਐਸੇ ਲੋਕ ਜਿਹੜੇ ਪੱਥਰ ਦੀ ਤਰ੍ਹਾਂ ਕਠੋਰ ਦਿਲ ਹੁੰਦੇ ਹਨ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕੋਈ ਲੱਥੀ ਚੜੀ ਨਹੀਂ ਹੁੰਦੀ ਹੈ। ਭਾਵੇਂ ਆਪਣੇ ਪਾਪਾਂ ਦਾ ਫਲ ਭੋਗਦੇ ਹਨ, ਪਰ ਫਿਰ ਵੀ ਉਹ ਸਹੀ ਲਾਈਨ 'ਤੇ ਨਹੀਂ ਆਉਂਦੇ ਹਨ, ਦੁੱਖ ਤਾਂ ਪਾ ਲੈਂਦੇ ਹਨ। ਤੈਸੇ ਹੀ ਅਸਾਧ ਸੰਗ ਪ੍ਰੀਤ ਹੂ, ਵਿਰੋਧ ਬੁਰੋ ਲੋਕ ਪਰ ਲੋਕ, ਦੁੱਖ ਦੋਖ ਨਾ ਟਰਤ ਹੈ। ਸ਼੍ਰੀ ਮਾਤਾ ਗੰਗਾ ਜੀ ਆਖ ਰਹੇ ਹਨ ਕਿ ਪੁੱਤਰ ਜੋ ਪਾਪੀ ਹੈ, ਜੋ ਚੰਦੂ ਪਾਪੀ ਹੈ, ਬਹੁਤ ਖੋਟੇ ਦਿਲ ਵਾਲਾ, ਕੁਟਲ ਕੁਚਾਲੀ ਕਲਹੀ ਕ੍ਰੋਧੀ। ਜੋ ਕਿ ਖੋਟੀਆਂ ਚਾਲਾਂ ਚੱਲਣ ਵਾਲਾ, ਕਾਲਾ ਕਲੇਸ਼ ਦੇ ਨਾਲ ਭਰਿਆ ਹੋਇਆ, ਹਮੇਸ਼ਾ ਕ੍ਰੋਧ ਦੇ ਵਿੱਚ ਰਹਿਣ ਵਾਲਾ। ਤਿਸ ਹੱਥ ਬੇਪ੍ਰਾਣ ਕੀਨ ਸੁਨਾਵਨ। ਤੁਸੀਂ ਉਸ ਨੂੰ ਮੌਤ ਦੇ ਘਾਟ ਉਤਾਰਨ ਦਾ ਜੋ ਪ੍ਰਣ ਕੀਤਾ ਹੈ, ਸਕਲ ਜਗਤ ਕੀਨ ਸਬਿਦ ਤਾਵਨ। ਇਹ ਸਾਰੇ ਜਗਤ ਦੇ ਵਿੱਚ ਗੱਲ ਜਿਹੜੀ ਹੈ ਜ਼ਾਹਰ ਹੋ ਜਾਵੇਗੀ, ਪ੍ਰਗਟ ਹੋ ਜਾਵੇਗਾ। ਤੁਰਕ ਤੇਜ ਅਬ ਤਪੈ ਮਹਾਨਾ। ਤੁਰਕਾਂ ਦਾ ਇਸ ਵਕਤ ਬਹੁਤ ਭਾਰੀ ਤੇਜ ਪ੍ਰਤਾਪ ਹੈ। ਮਹਾਬਲੀ ਲਖ ਬਨਿਓ ਦੇਵਾਨਾ। ਇਸ ਕਰਕੇ ਜਿਹੜਾ ਚੰਦੂ ਪਾਪੀ ਹੈ, ਇਹ ਤੁਰਕਾਂ ਦਾ ਦੀਵਾਨ ਹੈ। ਮੁਸ਼ਕਲ ਮਹਾ ਹਤਨ ਸੋ ਪਾਪੀ। ਇਸ ਕਰਕੇ ਉਸ ਪਾਪੀ ਨੂੰ ਖਤਮ ਕਰਨਾ ਬਹੁਤ ਮੁਸ਼ਕਲ ਗੱਲ ਹੈ। ਕਰੀ ਸ਼ੀਗਰਤਾ ਪ੍ਰਣ ਮਹਿ ਆਪੀ। ਆਪ ਜੀ ਨੇ ਇਹ ਪ੍ਰਣ ਕਰਨ ਦੇ ਵਿੱਚ ਬਹੁਤ ਸ਼ੀਗਰਤਾ ਕਾਹਲੀ ਕੀਤੀ ਹੈ। ਭਾਵੇਂ ਕੋਈ ਕੰਮ ਨਾ ਮੁਮਕਿਨ ਤਾਂ ਹੋ ਸਕਦਾ ਹੈ, ਪਰ ਉਹ ਮੁਸ਼ਕਲ ਨਹੀਂ ਹੁੰਦਾ ਹੈ। ਕੋਈ ਵੀ ਕੰਮ ਜਿਹੜਾ ਹੈ ਉਹ ਜੇ ਪ੍ਰਣ ਕਰ ਲਿਆ ਜਾਵੇ, ਆਤਮ ਸੱਤਾ ਦੇ ਵਿੱਚ ਬਹੁਤ ਭਾਰੀ ਤਾਕਤ ਹੁੰਦੀ ਹੈ, ਸ਼ਕਤੀ ਹੁੰਦੀ ਹੈ। ਫਿਰ ਸਤਿਗੁਰੂ ਜੀ ਤਾਂ ਆਪ ਪਰਮੇਸ਼ਰ ਹਨ। ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਗੋਬਿੰਦ ਅਤੁੱਲਾ। ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਅਡੋਲਾ। ਮਾਤਾ ਜੀ ਜਿਸ ਤਰ੍ਹਾਂ ਮਸੰਦਾਂ ਨੇ ਕਿਹਾ ਸੀ, ਉਸ ਹਿਸਾਬ ਦੇ ਨਾਲ ਗੱਲ ਕਰਦੇ ਹਨ ਵੀ ਇਹ ਜਿਹੜੇ ਮਸੰਦ ਹਨ ਉਹ ਇਸ ਤਰ੍ਹਾਂ ਆਖਦੇ ਹਨ। ਇਹ ਜੋ ਬਚਨ ਸੀ ਮਾਤਾ ਜੀ ਨੇ ਸਾਂਝਾ ਕੀਤਾ। ਮੁਖ ਤੇ ਕਹੋ ਸ਼ਸਤਰ ਹਮ ਤਾਰੈ। ਔਰ ਇਸ ਤਰ੍ਹਾਂ ਤੁਸੀਂ ਆਪਣੇ ਮੁਖ ਤੋਂ ਆਖਦੇ ਹੋ ਵੀ ਅਸੀਂ ਸ਼ਸਤਰ ਧਾਰਨ ਕਰਨੇ ਹਨ। ਗੁਰੂ ਪਿਤਾ ਕੋ ਬੈਰ ਸੰਭਾਰੈ। ਜਿਹੜੇ ਪਿਤਾ ਸਤਿਗੁਰੂ ਜੀ ਦੇ ਦੋਖੀ ਹਨ,
ਉਹਨਾਂ ਨੂੰ ਸਜ਼ਾਵਾਂ ਦੇਣੀਆਂ ਹਨ। ਆਪਣੇ ਘਰ ਮਹਿ ਸ਼ੀਗਰਤ ਪ੍ਰਣ ਮੈਂ, ਫਿਰ ਪੜੋ, ਫਿਰ ਪੜੋ। ਆਪਣੇ ਘਰ ਮਹਿ ਸ਼ੀਗਰਤ ਕਰਨ ਮੈਂ, ਆਪਣੇ ਘਰ ਮੈਂ ਸੁਭਟ ਨਾ ਏਕ। ਮਾਤਾ ਜੀ ਆਖਣ ਲੱਗੀ ਬਹੁਤ ਸਾਰੇ ਸੂਰਮੇ ਨਹੀਂ ਹਨ, ਸ਼ਸਤਰ ਵੀ ਨਹੀਂ ਹਨ ਬਹੁਤ ਸਾਰੇ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫੈਸਲਾ ਲਿਆ ਸੀ ਕਿ ਜਿਹਨੇ ਹੁਣ ਗੁਰੂ ਨਾਨਕ ਦੀਆਂ ਖੁਸ਼ੀਆਂ ਲੈਣੀਆਂ ਹਨ, ਉਹ ਸਮੇਂ ਦੇ ਹਿਸਾਬ ਦੇ ਨਾਲ ਚੰਗੇ ਚੰਗੇ ਘੋੜੇ ਭੇਟਾ ਕਰੋ, ਚੰਗੇ ਚੰਗੇ ਸ਼ਸਤਰ ਲੈ ਕੇ ਆਓ। ਆਪ ਵੀ ਗੁਰੂ ਦਰਬਾਰ ਦੇ ਵਿੱਚ ਆਉਣਾ ਹੈ, ਸ਼ਸਤਰ ਬਸਤਰ ਧਾਰਨ ਕਰਕੇ ਆਓ। ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ। ਕਮਰ ਕੱਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਏ ਅਧਕਾਈ। ਜਿਹੜਾ ਤਿਆਰ ਬਰ ਤਿਆਰ ਹੋ ਕੇ ਆਵੇਗਾ, ਉਹਦੇ ਉੱਪਰ ਸਾਡੀ ਬਹੁਤ ਭਾਰੀ ਪ੍ਰਸੰਨਤਾ ਹੋਵੇਗੀ। ਕਿਮਰਨ ਕਰਬੇ ਤਰਹੁ ਬਬੇਕ, ਇਸ ਤਰ੍ਹਾਂ ਤੁਸੀਂ ਹੁਣ ਜੰਗ ਯੁੱਧ ਕਰਨ ਵਾਸਤੇ ਵਿਚਾਰ ਕੀਤਾ ਹੈ। ਸੁਨ ਗੰਗਾ ਤੇ ਸਤਿਗੁਰ ਬੋਲੇ, ਸ੍ਰੀ ਮਾਤਾ ਗੰਗਾ ਜੀ ਦੇ ਪਾਸੋਂ ਇਹ ਬਚਨ ਸੁਣ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ, ਹਤੋਂ ਪਾਤ ਕੀ ਪ੍ਰਣ ਨਹਿ ਡੋਲੇ। ਮਹਾਰਾਜ ਆਖਣ ਲੱਗੇ ਜਿਹੜਾ ਪਾਪੀ ਹੈ ਉਸ ਨੂੰ ਸਜ਼ਾ ਜਿਹੜੀ ਹੈ ਜ਼ਰੂਰ ਦੇਣੀ ਹੈ। ਇਹ ਪ੍ਰਣ ਦੇ ਉੱਪਰ ਅਸੀਂ ਪੱਕੇ ਹਾਂ। ਜਿਸ ਨਰ ਪਿਤ ਕੋ ਬੈਰ ਨਾ ਲਿਓ, ਜੋ ਆਪਣੇ ਪਿਤਾ ਦਾ, ਸਤਿਗੁਰੂ ਪਾਤਸ਼ਾਹ ਜੀ ਤਾਂ ਪਾਰ ਬ੍ਰਹਮ ਪਰਮੇਸ਼ਰ ਹਨ, ਜੇਕਰ ਉਹਨਾਂ ਦਾ ਹੀ ਅਸੀਂ ਉਹਨਾਂ ਦੇ ਦੋਖੀਆਂ ਨੂੰ ਸਜ਼ਾਵਾਂ ਨਾ ਦਿੱਤੀਆਂ, ਕਿਉਂ ਜਨਮਿਓ ਜਗ ਕਾਇ ਰਹੀਓ। ਫਿਰ ਕਹਿੰਦੇ ਇਹ ਬਹੁਤ ਭਾਰੀ ਕਾਇਰਤਾ ਵਾਲੀ ਗੱਲ ਹੈ। ਆਜੁਦ ਧਰੋਂ ਚਮੂੰਬੜ ਕਰੋਂ, ਇਸ ਕਰਕੇ ਅਸੀਂ ਸ਼ਸਤਰ ਧਾਰਨ ਕਰਾਂਗੇ, ਫੌਜ ਇਕੱਠੀ ਕਰਾਂਗੇ। ਰਿਪ ਸਨ ਲਰੋਂ ਪ੍ਰਾਨ ਤਿਨ ਹਰੋਂ, ਜਿਹੜੇ ਦੁਸ਼ਟ ਹਨ, ਦੋਖੀ ਹਨ, ਉਹਨਾਂ ਦੇ ਨਾਲ ਜੰਗ ਯੁੱਧ ਕਰਾਂਗੇ। ਸ੍ਰੀ ਨਾਨਕ ਨਿਤ ਬਨੈ ਸਹਾਈ, ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਇਸ ਸ਼ੁਭ ਕੰਮ ਦੇ ਵਿੱਚ ਸਾਡੀ ਜ਼ਰੂਰ ਸਹਾਇਤਾ ਕਰਨਗੇ। ਜਦ ਅਸੀਂ ਦੁਸ਼ਟਾਂ ਨੂੰ, ਧਰਮ ਦੋਖੀਆਂ ਨੂੰ, ਕੌਮ ਦੋਖੀਆਂ ਨੂੰ ਸਜ਼ਾਵਾਂ ਦੇਣ ਵਾਸਤੇ ਤਲਵਾਰ ਉਠਾਵਾਂਗੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਡੀ ਸਹਾਇਤਾ ਕਰਨਗੇ। ਹਤੋਂ ਤੁਰ ਕਰਣ ਮਹਿ ਸਮੁਦਾਈ, ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਜਿਹੜੇ ਦੁਸ਼ਟ ਹਨ ਉਹਨਾਂ ਨੂੰ ਖਤਮ ਕਰਾਂਗਾ। ਪੁੰਨ ਪਿਤ ਸਤਿਗੁਰ ਆਏ ਸੋ ਕਰੀ ਕਹੀ, ਪਿਤਾ ਸਤਿਗੁਰੂ ਜੀ ਨੇ ਵੀ ਫਿਰ ਇਹ ਆਗਿਆ ਕੀਤੀ ਹੈ, ਪਲਟਾ ਲਿਓ ਤਜੋ ਰਿਪ ਨਹੀਂ। ਵੀ ਦੋ ਤਲਵਾਰਾਂ ਧਾਰਨ ਕਰਨੀਆਂ ਹਨ, ਤਖਤ ਦੀ ਰਚਨਾ ਕਰਨੀ ਹੈ, ਦੁਸ਼ਟਾਂ ਨੂੰ ਸੋਧਣਾ ਹੈ। ਸੇਲੀ ਮੇਲਨ ਕੋ ਨਹਿ ਕਾਲਾ, ਇਸ ਕਰਕੇ ਹੁਣ ਸੇਲੀ ਆਦਿਕ, ਮਾਲਾ ਆਦਿਕ ਪਹਿਨਣ ਦਾ ਸਮਾਂ ਨਹੀਂ ਹੈ। ਮੈਂ ਕਰ ਹੋਂ ਸੰਗਰਾਮ ਬੇਸਾਲਾ, ਹੁਣ ਕਹਿੰਦੇ ਬਹੁਤ ਵੱਡੇ ਵੱਡੇ ਜੰਗ ਜਿਹੜੇ ਹਨ ਉਹ ਕਰਨੇ ਹਨ। ਭਾਵ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੀ ਉਮਤ, ਆਪਣੇ ਗੁਰਸਿੱਖਾਂ ਨੂੰ ਅੰਦਰੋਂ ਵੀ ਮਜ਼ਬੂਤ ਕਰ ਰਹੇ ਹਨ, ਬਾਹਰੋਂ ਵੀ ਮਜ਼ਬੂਤ ਕਰ ਰਹੇ ਹਨ। ਸਿੱਖ ਅੰਦਰੋਂ ਵੀ ਤਕੜਾ ਹੋਣਾ ਚਾਹੀਦਾ ਹੈ। ਪੰਜ ਵਿਕਾਰਾਂ ਦੇ ਨਾਲ ਜੰਗ ਕਰਨਾ ਹੈ। ਜੇਕਰ ਤਕੜਾ ਅਭਿਆਸ ਹੋਵੇਗਾ ਤਾਂ ਹੀ ਕੀਤਾ ਜਾ ਸਕੇਗਾ ਨਾ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹੁ ਉਦਮਾਦਾ, ਖਰ ਕਾ ਪੈਖਰ ਤਉ ਛੁਟੈ, ਜੋ ਉਪਰ ਲਾਦਾ। ਕਹਿੰਦੇ ਮਨ ਹੈ ਹੀ ਨਿਰਾ ਹੀ ਗਧਾ, ਇਹਦਾ ਭਰੋਸਾ ਹੀ ਨਹੀਂ ਕੀਤਾ ਜਾ ਸਕਦਾ। ਇੱਕ ਮਿੰਟ ਦੇ ਵਿੱਚ ਹੀ ਸਾਰਾ ਕੁਝ ਭੁੱਲ ਭੁਲਾ ਕੇ ਗਲਤ ਰਸਤੇ 'ਤੇ ਚੱਲ ਪੈਂਦਾ ਹੈ। ਜਿਵੇਂ ਕਹਿੰਦੇ ਗਧੇ ਦੇ ਉੱਪਰ ਵਜਨ ਲੱਦ ਕੇ ਰੱਖੋ ਤਾਂ ਉਹ ਸੂਤਰ ਰਹਿੰਦਾ ਹੈ। ਮਨ ਵੀ ਜਿਹੜਾ ਹੈ ਨਾ, ਨਾਮ ਬਾਣੀ ਦਾ ਅਭਿਆਸ ਬੰਦਾ ਕਰਦਾ ਰਹੇ ਤਾਂ ਹੀ ਇਹ ਕਾਬੂ ਵਿੱਚ ਆਉਂਦਾ ਹੈ, ਵਰਨਾ ਇਹ ਵੀ ਗਲਤ ਰਸਤੇ ਦੇ ਉੱਪਰ ਚੱਲਦਾ ਹੈ।
ਔਰ ਮਹਾਰਾਜ ਜੀ ਪਾਵਨ ਗੁਰਬਾਣੀ ਦੇ ਵਿੱਚ ਫਰਮਾਉਂਦੇ ਹਨ, ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ। ਕਹਿੰਦੇ ਜੇਕਰ ਦਰਖਤ, ਜਿਹੜਾ ਦਰਖਤ ਆਪਣੀਆਂ ਜੜ੍ਹਾਂ ਜ਼ਮੀਨ ਦੇ ਵਿੱਚ ਗਹਿਰੀਆਂ ਲੈ ਜਾਂਦਾ ਹੈ ਨਾ, ਉਹ ਆਪਣੀਆਂ ਸ਼ਾਖਾਵਾਂ ਜਿੰਨੀਆਂ ਮਰਜ਼ੀ ਆਕਾਸ਼ ਵੱਲ ਨੂੰ ਲੈ ਜਾਵੇ, ਉਹਨੂੰ ਕੋਈ ਖਤਰਾ ਨਹੀਂ। ਔਰ ਕਸ਼ਮੀਰ ਵਾਲੇ ਪਾਸੇ ਜਾਈਏ ਨਾ, ਚਿਨਾਰ ਦੇ ਰੁੱਖ ਉੱਪਰ, ਉਹਨਾਂ ਦਾ ਉੱਪਰਲਾ ਸਿਰਾ ਵੇਖਿਆ ਨਹੀਂ ਜਾਂਦਾ, ਕਿੰਨੇ ਕਿੰਨੇ ਉੱਚੇ ਹਨ। ਕਿਉਂ ਖਲੋਤੇ ਹਨ? ਜੜ੍ਹਾਂ ਉਹਨਾਂ ਦੀਆਂ ਗਹਿਰੀਆਂ ਹਨ। ਇਸ ਕਰਕੇ ਜੜ ਕੀ ਹੈ? ਪਰਮੇਸ਼ਰ ਦਾ ਭਜਨ ਜੜ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਵੀ ਬਚਨ ਹਨ, ਕਹਿੰਦੇ ਐ ਬੰਦਿਆ, ਜਿੱਥੇ ਤੂੰ ਬਾਹਰ ਦੀ ਦੌਲਤ ਇਕੱਠੀ ਕਰਦਾ ਹੈ ਨਾ, ਉੱਥੇ ਭਜਨ ਬਾਣੀ ਦੀ ਵੀ ਦੌਲਤ ਇਕੱਠੀ ਕਰਿਆ ਕਰ, ਨਾਮ ਦਾ ਵੀ ਧਨ ਇਕੱਠਾ ਕਰਿਆ ਕਰ। ਦੌਲਤੇ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਬੰਦਗੀ ਕਰ, ਬੰਦਗੀ ਕਰ, ਭਗਤੀ ਕਰ, ਭਜਨ ਕਰ, ਅੰਦਰੋਂ ਤਕੜਾ ਹੋ, ਪਰਪੱਕ ਹੋ। ਜਿੱਥੇ ਸਤਿਗੁਰਾਂ ਨੇ ਸਿੱਖ ਨੂੰ ਅੰਦਰੋਂ ਪਰਪੱਕ ਕੀਤਾ, ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਨੂੰ ਬਾਹਰੋਂ ਵੀ ਤਕੜਾ ਕੀਤਾ, ਪਰਪੱਕ ਕੀਤਾ। ਸ਼ਸਤਰਧਾਰੀ ਹੋ, ਕਾਇਮ ਹੋ। ਜੇਕਰ ਤੂੰ ਨਿਹੱਥਾ ਹੋਵੇਂਗਾ, ਕੋਈ ਵੀ ਤੇਰੇ ਉੱਪਰ ਵਾਰ ਕਰ ਸਕਦਾ ਹੈ। ਰਹਿਤਨਾਮਿਆਂ ਦੇ ਵਿੱਚ ਤਾਂ ਐਸੇ ਐਸੇ ਬਚਨ ਆਉਂਦੇ ਹਨ, ਬਿਨਾ ਤੇਗ ਕੇ ਸੰਗ ਨਰੰਗ ਭੇਡ ਜਾਨੋ, ਗਹਿ ਕਾਂਤਾ ਕੋ ਕਿਤੈ ਲੈ ਸਿਧਾਨੋ। ਇਹ ਮੋਰ ਆਗਿਆ ਸੁਨੋ ਹੈ ਪਿਆਰੇ, ਬਿਨਾ ਤੇਗ ਕੇ ਸੰਗ ਦੇਵੋ ਨਾ ਦਿਦਾਰੇ। ਮਹਾਰਾਜ ਕਹਿੰਦੇ ਜੇਕਰ ਬੰਦਾ ਬਾਹਰੋਂ ਮਜ਼ਬੂਤ ਨਹੀਂ ਨਾ, ਫੇਰ ਤਾਂ ਜਿਹੜਾ ਮਰਜ਼ੀ ਭੇਡ ਦੀ ਤਰ੍ਹਾਂ ਕੰਨ ਤੋਂ ਪਕੜ ਕੇ ਲੈ ਜਾਵੇਗਾ। ਇਸ ਕਰਕੇ ਬਾਹਰੋਂ ਵੀ ਸ਼ਸਤਰਧਾਰੀ ਹੋਣਾ ਹੈ, ਅੰਦਰੋਂ ਨਾਮ ਦੇ ਨਾਲ ਜੁੜਨਾ ਹੈ, ਭਜਨ ਦੇ ਨਾਲ ਜੁੜਨਾ ਹੈ, ਬਾਣੀ ਦੇ ਨਾਲ ਜੁੜਨਾ ਹੈ। ਮਹਾਰਾਜ ਆਖਣ ਲੱਗੇ ਵੀ ਬਾਹਰੋਂ ਵੀ ਜਿਹੜਾ ਹੈ ਨਾ ਮਜ਼ਬੂਤ ਹੋਣਾ ਬੜਾ ਜ਼ਰੂਰੀ ਹੈ। ਨਹਿ ਚਿੰਤਾ ਤਿਰਤ ਕੀਜਹਿ ਮਾਈ। ਮਾਤਾ ਗੰਗਾ ਜੀ ਨੂੰ ਬਚਨ ਕਰਦੇ ਹਨ ਕਿ ਮਾਤਾ ਜੀ ਤੁਸੀਂ ਮਨ ਦੇ ਵਿੱਚ ਕੋਈ ਚਿੰਤਾ ਨਾ ਕਰੋ। ਹਮਰੇ ਪੁਰਖ ਅਕਾਲ ਸਹਾਈ। ਸਾਡੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਹਾਇਕ ਹਨ। ਹਿਰਦੇ ਅਲਪ ਜੇ ਅਹੈ ਮਸੰਦ। ਜੇਕਰ ਕਹਿੰਦੇ ਮਸੰਦ ਥੋੜੇ ਦਿਲ ਵਾਲੇ ਹਨ। ਸੁਨ ਡਨ ਕੋ ਡਰ ਧਰਹਿ ਬੇਲੰਦ। ਉਹ ਜੰਗ ਦਾ ਨਾਮ ਸੁਣ ਕੇ ਕਹਿੰਦੇ ਬਹੁਤ ਡਰ ਜਾਂਦੇ ਹਨ। ਮੈਂ ਪਰਬਤ ਕੋ ਗਰਦ ਮਿਲਾਵੋਂ। ਮੈਂ ਆਖਣ ਲੱਗੇ ਕਿ ਪਰਬਤਾਂ ਨੂੰ ਵੀ, ਜਿਹੜੇ ਪਰਬਤਾਂ ਵਰਗੇ ਬੜੇ ਬੜੇ ਯੋਧੇ ਹਨ, ਉਹਨਾਂ ਨੂੰ ਗਰਦ ਦੇ ਵਿੱਚ ਮਿਲਾ ਦਿਆਂਗਾ। ਰਜ ਕਨ ਕੋ ਸਮ ਮੇਰ ਬਨਾਵੋਂ। ਔਰ ਜਿਹੜੇ ਬਿਲਕੁਲ ਹੀ ਨਿਗੂਣੇ ਹਨ, ਜਿਹੜੇ ਬਿਲਕੁਲ ਕਿਣਕੇ ਦੀ ਤਰ੍ਹਾਂ ਹਨ, ਉਹਨਾਂ ਨੂੰ ਮੈਂ ਪਹਾੜ ਵਰਗੇ ਬਣਾ ਦਿਆਂਗਾ। ਮਹਾਰਾਜ ਨੇ ਉਹਨਾਂ ਨੂੰ ਸੂਰਮੇ ਬਣਾ ਦਿੱਤਾ ਜਿਨ੍ਹਾਂ ਨੇ ਕਦੇ ਤਲਵਾਰ ਪਕੜ ਕੇ ਨਹੀਂ ਦੇਖੀ ਸੀ। ਉਹਨਾਂ ਨੂੰ ਵੱਡੇ ਵੱਡੇ ਉਹਨਾਂ ਦੇ ਕੋਲੋਂ ਜੰਗ ਕਰਵਾ ਦਿੱਤੇ। ਭਾਈ ਬਾਬਕ ਦਾ ਜ਼ਿਕਰ ਆਉਂਦਾ ਹੈ ਨਾ, ਜਿਹੜੇ ਕੀਰਤਨ ਕਰਨ ਵਾਲੇ ਸਨ, ਦੇਖੋ ਕਿੱਡਾ ਵੱਡਾ ਉਹਨਾਂ ਨੇ ਪਹਿਲੇ ਜੰਗ ਦੇ ਵਿੱਚ ਹਿੱਸਾ ਲਿਆ, ਤਲਵਾਰਾਂ ਵਾਹੀਆਂ। ਇਸ ਕਰਕੇ ਗੁਰੂ ਦੀ ਕਿਰਪਾ ਹੈ, ਗੁਰੂ ਦੀ ਦ੍ਰਿਸ਼ਟੀ ਹੈ। ਗਿਆਨਵਾਨਾਂ ਦੇ ਕੋਲੋਂ ਜੰਗ ਕਰਵਾ ਦਿੰਦੇ ਹਨ। ਜੰਗ ਕਰਨ ਵਾਲੇ ਨੂੰ ਕਹਿ ਦਿੰਦੇ ਨੇ ਜਾਓ ਜਾ ਕੇ ਕਥਾ ਕਰੋ, ਉਹਨਾਂ ਦੇ ਕੋਲੋਂ ਕਥਾ ਕਰਾ ਦਿੰਦੇ ਹਨ। ਇਹ ਗੁਰੂ ਦੀ ਮੌਜ ਹੈ। ਬਾਬੇ ਬਿਧੀ ਚੰਦ ਸਾਹਿਬ ਵਰਗਿਆਂ ਨੂੰ ਕਹਿ ਦਿੰਦੇ ਹਨ ਜਾਓ ਯੂਪੀ ਦੇ ਇਲਾਕੇ 'ਤੇ ਜਾ ਕੇ ਕਥਾ ਕਰੋ, ਪ੍ਰਚਾਰ ਕਰੋ। ਭਾਈ ਗੁਰਦਾਸ ਸਾਹਿਬ ਜੀ ਨੂੰ ਕਹਿ ਦਿੰਦੇ ਹਨ ਜਾਓ ਜਾ ਕੇ ਘੋੜੇ ਖਰੀਦ ਕੇ ਲਿਆਓ। ਮਹਾਰਾਜ ਮੈਂ ਤਾਂ ਕਥਾ ਕਰਨ ਵਾਲਾ। ਕਹਿੰਦੇ ਤੁਹਾਨੂੰ ਸਾਰਾ ਪਤਾ ਹੈ, ਗੁਰੂ ਦੀ ਕਿਰਪਾ ਹੋਵੇ ਤਾਂ ਕੀ ਨਹੀਂ ਹੋ ਸਕਦਾ ਹੈ। ਪਿੰਗੁਲ ਪਰਬਤ ਪਾਰ ਪਰੇ, ਖਲ ਚਤਰਬ ਕੀਤਾ। ਅੰਦਲੇ ਤ੍ਰਿਭਵਨ ਸੂਝਿਆ, ਗੁਰ ਭੇਟ ਪਨੀਤਾ। ਮਹਿਮਾ ਸਾਧੂ ਸੰਗ ਕੀ, ਸੁਨੋ ਮੇਰੇ ਮੀਤਾ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਬਚਨ ਕਰਦੇ ਹਨ। ਸੰਤ ਬਨੇ ਪ੍ਰਤਾਪ ਨ ਜਾਣੈ। ਕਹਿੰਦੇ ਇਸ ਤਰ੍ਹਾਂ ਜੇਕਰ ਬਿਲਕੁਲ ਹੀ ਸੰਤ ਬਿਰਤੀ, ਸ਼ਾਂਤ ਬਿਰਤੀ ਰੱਖੇ, ਲੋਕ ਜਿਹੜੇ ਹਨ ਕਹਿੰਦੇ
ਫਿਰ ਉਹਦਾ ਗਲਤ ਮਤਲਬ ਵੀ ਕੱਢ ਲੈਂਦੇ ਹਨ। ਹਤੋ ਸ਼ਤਰੂ ਮੈਂ ਬਨ ਸਵਧਾਨੈ। ਹੁਣ ਕਹਿੰਦੇ ਸਾਵਧਾਨ ਹੋ ਕੇ ਸ਼ਸਤਰਧਾਰੀ ਹੋ ਕੇ ਦੁਸ਼ਟਾਂ ਦਾ ਨਾਸ਼ ਕਰਨਾ ਹੈ। ਜਬ ਲਗੂ ਦੁਸ਼ਟ ਨ ਮਾਰੋ। ਜਦੋਂ ਤੱਕ ਚੰਦੂ ਦੁਸ਼ਟ ਨੂੰ ਮਾਰ ਨਹੀਂ ਲੈਂਦੇ, ਤਬ ਲਗ ਹਿਰਦੈ ਨ ਸ਼ਾਂਤੀ ਤਾਰੋ। ਉਦੋਂ ਤੱਕ ਕਹਿੰਦੇ ਸਾਨੂੰ ਸ਼ਾਂਤੀ ਨਹੀਂ ਆਵੇਗੀ। ਸੁਨ ਬਲ ਜੁਗਤ ਪੁੱਤਰ ਕੇ ਬੈਨ। ਇਸ ਤਰ੍ਹਾਂ ਬੜੇ ਬਲ ਵਾਲੇ ਜਿਹੜੇ ਵਚਨ ਸਨ ਪੁੱਤਰ ਦੇ ਸ਼੍ਰੀ ਮਾਤਾ ਗੰਗਾ ਜੀ ਸੁਣ ਕੇ, ਗੰਗਾ ਧਰੀ ਹਿਰਦੇ ਤਬ ਚੈਨ। ਇਸ ਤਰ੍ਹਾਂ ਸ਼੍ਰੀ ਮਾਤਾ ਗੰਗਾ ਜੀ ਜੋ ਸਨ ਉਹ ਚੈਨ ਵਿੱਚ ਆ ਗਏ, ਚੁੱਪ ਕਰ ਗਏ। ਇਨ ਕੋ ਕਿਆ ਸਮਝਾਵਨ ਬਨੈ। ਉਹਨਾਂ ਨੇ ਵਿਚਾਰਿਆ ਵੀ ਇਹਨਾਂ ਨੂੰ ਕੀ ਸਮਝਾਉਣਾ ਬਣਦਾ ਹੈ। ਤਾਂ ਕੋ ਸਮਝਾਵਣ ਜਾਈਐ ਜੇ ਕੋ ਭੁੱਲਾ ਹੋਈ। ਸਮਝਾਵੇ ਤਾਂ ਉਹਨੂੰ ਜਿਹੜਾ ਕੋਈ ਭੁੱਲ ਕਰਨ ਵਾਲਾ ਭੁੱਲਿਆ ਹੋਇਆ ਹੋਵੇ। ਸਤਿਗੁਰੂ ਜੀ ਤਾਂ ਪਰਮੇਸ਼ਰ ਹਨ, ਇਸ ਕਰਕੇ ਕਹਿੰਦੇ ਇਹਨਾਂ ਨੂੰ ਕੀ ਸਮਝਾਉਣਾ ਬਣਦਾ ਹੈ। ਭੂਤ ਭਵਿਖਿਅਤ ਜੇ ਲਖ ਮਨੈ। ਇਹ ਤਾਂ ਭੂਤ ਭਵਿਖ ਵਰਤਮਾਨ ਸਭ ਗਤੀ ਨੂੰ ਜਾਣਨ ਵਾਲੇ ਹਨ। ਖਾਨ ਪਾਨ ਕਰ ਪੁਨ ਸੁਪਤਨੈ ਤਾਏ। ਫਿਰ ਭੋਜਨ ਆਦਿਕ ਛਕ ਕੇ ਆਰਾਮ ਕੀਤਾ। ਉਠ ਪ੍ਰਾਤੀ ਜਲ ਬਿਸਲ ਨਹਾਏ। ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਨ ਕੀਤਾ। ਬ੍ਰਿਧ ਕੇ ਸੰਮਤ ਸਤਿਗੁਰ ਹੋਏ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹਨਾਂ ਦਾ ਮਿਲਾਪ ਹੁੰਦਾ ਹੈ। ਆਏ ਸੁਧਾਸਰ ਦਿਸ ਸਭ ਕੋਏ। ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ, ਦਰਬਾਰ ਸਾਹਿਬ ਵਾਲੇ ਪਾਸੇ ਨੂੰ ਆ ਜਾਂਦੇ ਹਨ ਗੁਰੂ ਕੇ ਮਹਿਲਾਂ ਵਿੱਚੋਂ। ਸ੍ਰੀ ਹਰਿਮੰਦਰ ਬੰਦਨ ਕਰੇ। ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾ ਕੇ ਦਰਸ਼ਨ ਕੀਤਾ, ਮੱਥਾ ਟੇਕਿਆ। ਚਤੁਰ ਪ੍ਰਦਰਸ਼ਨ ਕੇਹਿਤ ਫਿਰੇ। ਚਾਰ ਪਰਿਕਰਮਾ ਕੀਤੀਆਂ। ਬਾਹਰੋਂ ਆਏ ਦਰਸ਼ਨੀ ਪੌਰ। ਫਿਰ ਦਰਸ਼ਨੀ ਦਰਵਾਜ਼ਾ ਜੋ ਦਰਸ਼ਨੀ ਡਿਉੜੀ ਹੈ ਉਸ ਪਾਸੇ ਵੱਲ ਨੂੰ ਸਤਿਗੁਰੂ ਜੀ ਆ ਗਏ। ਭਿਖ ਅਕਾਲ ਪੁੰਗੇ ਕੀ ਆਓ ਠੌਰ। ਔਰ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕਰਨੀ ਹੈ ਉਸ ਪਾਸੇ ਨੂੰ ਦੇਖਦੇ ਹਨ। ਆਏ ਸਦਈ ਸੁਤਲ ਸੁਧਾਰੋ। ਮਹਾਰਾਜ ਜੀ ਨੇ ਆਗਿਆ ਦਿੱਤੀ ਵੀ ਇਹ ਜੋ ਜਗ੍ਹਾ ਹੈ ਇਹਨੂੰ ਸਵਾਰਨਾ ਕਰੋ, ਸੁਧਾਰਨਾ ਕਰੋ। ਹਿਤ ਬੈਠਨ ਕੇ ਚਾਰ ਬਨਾਵੋ। ਇਹ ਸਾਡੇ ਬੈਠਣ ਵਾਸਤੇ ਸੁੰਦਰ ਬਣਾਓ। ਪ੍ਰਥਮ ਆਪਣੇ ਲੈ ਕਰ ਹਾਥ। ਔਰ ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੇ ਹੱਥ ਦੇ ਵਿੱਚ ਇੱਟ ਲੈ ਕੇ ਧਰੀ ਈਟ ਬਲ ਤੇਜ ਕੇ ਸਾਥ। ਬੜੇ ਬਲ ਤੇਜ ਦੇ ਨਾਲ, ਬੜੇ ਵੀਰ ਰਸ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਤਖਤ ਸਾਹਿਬ ਜੀ ਦੀ ਨੀਂਹ ਆਪਣੇ ਹੱਥਾਂ ਦੇ ਨਾਲ ਰੱਖੀ। ਕਹਿਓ ਕੁਸ਼ਕ ਉੱਚਾ ਥਲ ਕਰੋ। ਔਰ ਹੁਕਮ ਕੀਤਾ ਇਹ ਜੋ ਜਗ੍ਹਾ ਹੈ ਇਹਨੂੰ ਕੁਝ ਕੁ ਉੱਚੀ ਕਰੋ। ਜਹ ਲਗ ਪੌਰ ਏਕ ਸਮ ਤਰੋ। ਇਸ ਤਰ੍ਹਾਂ ਇਹ ਉੱਪਰੋਂ ਇੱਕ ਸਮ ਬਰਾਬਰ ਕਰਨਾ ਹੈ ਬੈਠਣ ਵਾਸਤੇ। ਬਾਹਰ ਹੁਕਮ ਕੀਨ ਸਫੁਰਮਾਵਨ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ। ਗ੍ਰੰਥਾਂ ਦੇ ਵਿੱਚ ਐਸਾ ਵੀ ਲਿਖਿਆ ਹੈ ਮਹਾਰਾਜ ਜੀ ਨੇ ਨੀਂਹ ਆਪ ਰੱਖੀ ਅਤੇ ਅਕਾਲ ਤਖਤ ਸਾਹਿਬ ਜਿਹੜਾ ਹੁਣ ਆਪਾਂ ਸ਼ੀਸ਼ੇ ਦੇ ਵਿੱਚ ਦਰਸ਼ਨ ਕਰਦੇ ਹਾਂ ਉਹ ਮਹਾਰਾਜ ਜੀ ਨੇ ਉਹਦੀ ਨੀਂਹ ਆਪ ਰੱਖੀ। ਅਤੇ ਇਹ ਅਕਾਲ ਤਖਤ ਸਾਹਿਬ ਜੀ ਨੂੰ ਬਣਾਇਆ ਹੈ ਦੋ ਸੰਤਾਂ ਨੇ, ਬ੍ਰਹਮ ਗਿਆਨੀਆਂ ਨੇ। ਕਿਸੇ ਮਿਸਤਰੀ ਨੇ ਨਹੀਂ ਬਣਾਇਆ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਮਹਾਨ ਨਿਰਮਲ ਆਤਮਾ। ਕਿਸੀ ਰਾਜ ਨੈ ਹਾਥ ਲਗਾਇਓ, ਬੁੱਢੇ ਔ ਗੁਰਦਾਸ ਬਣਾਇਓ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਕਹਿੰਦੇ ਭਾਈ ਗੁਰਦਾਸ ਸਾਹਿਬ ਜੀ, ਇਹਨਾਂ ਨੇ ਅਕਾਲ ਤਖਤ ਸਾਹਿਬ ਬਣਾਇਆ। ਇਹਨਾਂ ਦੇ ਹੱਥਾਂ ਦਾ ਬਣਿਆ ਹੈ, ਜਿਹਦੇ ਆਪਾਂ ਸ਼ੀਸ਼ੇ ਦੇ ਵਿੱਚ ਥੱਲੇ ਦਰਸ਼ਨ ਕਰਦੇ ਹਾਂ, ਮੱਥਾ ਟੇਕਦੇ ਹਾਂ। ਇਸ ਤਰ੍ਹਾਂ ਮਹਾਰਾਜ ਜੀ ਨੇ ਹੁਕਮ ਕੀਤਾ। ਕਰੋ ਹੁਕਮ ਨਾਮੇ ਲਿਖਵਾਵਨ। ਸਿੱਖਾਂ ਨੂੰ ਆਖਿਆ ਵੀ ਹੁਣ ਦੂਰ ਦੁਰੇਡੇ ਸੰਗਤਾਂ ਦੇ ਵਿੱਚ ਹੁਕਮਨਾਮੇ ਭੇਜੋ। ਚਾਹੁੰ ਦਿਸ ਮਹਿ ਮਸੰਦ ਜਹ ਪਾਰੀ। ਜਿੱਥੇ ਜਿੱਥੇ ਵੀ ਗੁਰੂ ਕੇ ਪ੍ਰਚਾਰਕ ਮਸੰਦ ਹਨ ਤਿਨ ਪਰ ਆਇਸ ਲਿਖੋ ਹਮਾਰੀ। ਉਹਨਾਂ ਨੂੰ ਸਾਡਾ ਹੁਕਮ ਭੇਜ ਦਿਓ। ਜੋ ਸਿੱਖ ਆਨੈ ਸ਼ਸਤਰ ਤਰੰਗਾ। ਜੋ ਗੁਰਸਿੱਖ ਗੁਰੂ ਘਰ ਦੀ ਭੇਟਾ ਵਾਸਤੇ
ਚੰਗੇ ਚੰਗੇ ਸ਼ਸਤਰ, ਚੰਗੇ ਚੰਗੇ ਘੋੜੇ, ਆਪਣੀ ਜੋ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਹੈ ਉਹਦਾ ਲੈ ਕੇ ਆਵੇਗਾ। ਹੋਏ ਖੁਸ਼ੀ ਗੁਰ ਕੀ ਸੁਖ ਸੰਗਾ, ਉਹਨਾਂ ਦੇ ਉੱਪਰ ਗੁਰੂ ਦੀ ਬਹੁਤ ਭਾਰੀ ਖੁਸ਼ੀ ਹੋਵੇਗੀ। ਸਭ ਆਵੈਂ ਦਰਸ਼ਨ ਹਿਤ ਕਰਬੇ, ਔਰ ਸਿੱਖ ਸੰਗਤਾਂ ਨੂੰ ਹੁਕਮ ਲਿਖੋ ਵੀ ਹੁਣ ਗੁਰੂ ਘਰ ਦੇ ਵਿੱਚ ਇੱਕ ਵਾਰੀ ਜ਼ਰੂਰ ਆਓ। ਲਿਆਏ ਅਕੋਰ ਬਿਲਮ ਨਹਿ ਤਰਬੇ, ਇਹ ਵਿਸ਼ੇਸ਼ ਭੇਟਾਵਾਂ ਸ਼ਸਤਰਾਂ ਘੋੜਿਆਂ ਦੀਆਂ ਲੈ ਕੇ ਆਉਣੀਆਂ ਹਨ। ਸੁਨਤ ਲਿਖਾਰੀ ਕਾਗਦ ਲਿਖੇ, ਇਸ ਤਰ੍ਹਾਂ ਜਿਹੜੇ ਲਿਖਾਰੀ ਸਨ ਉਹਨਾਂ ਨੇ ਕਾਗਜ਼ ਲੈ ਕੇ ਮਹਾਰਾਜ ਜੀ ਦੇ ਤਰਫੋਂ ਹੁਕਮਨਾਮੇ ਲਿਖੇ। ਇਸ ਬਿਧ ਹੁਕਮ ਭਇਓ ਤਿਸ ਬਿਖੇ, ਸਾਰਿਆਂ ਦੇ ਵਾਸਤੇ ਮਹਾਰਾਜ ਜੀ ਦਾ ਹੁਕਮ ਹੋ ਗਿਆ। ਸ੍ਰੀ ਅਰਜਨ ਬੈਕੁੰਠ ਸਿਧਾਰੇ, ਬਈ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਹਨ। ਖਾਸ਼ਟਮ ਗੁਰੂ ਮਹਾਬਲ ਤਾਰੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਮਹਾਬਲੀ ਸੂਰਮੇ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਵਿਦਵਾਨਾਂ ਨੇ ਜ਼ਿਕਰ ਕੀਤਾ ਵੀ ਸਤ ਸੰਤੋਖ ਦਇਆ ਧਰਮ ਧੀਰਜ, ਇਹ ਪੰਜ ਪਿਆਲੇ ਜਿਹੜੇ ਸਨ ਪਹਿਲਾਂ ਪੰਜਾਂ ਨੇ ਪੀਤੇ, ਪਰ ਕਹਿੰਦੇ ਜਿਹੜਾ ਛਠਮ ਪੀਰ ਹੈ ਇਹਨੇ ਕਿਹੜਾ ਨਾਲ ਹੋਰ ਪਿਆਲਾ ਪੀਤਾ, ਕਹਿੰਦੇ ਬੀਰ ਰਸ ਦਾ ਪਿਆਲਾ ਪੀਤਾ। ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਇਹ ਹੁਕਮਨਾਮੇ ਜੋ ਸੀ ਲਿਖਣਾ ਕੀਤੇ। ਥਿਰੇ ਤਖਤ ਪਰ ਦਰਸ ਹੋਆਏ, ਮਹਾਰਾਜ ਤਖਤ ਦੇ ਉੱਪਰ ਸੁਸ਼ੋਭਿਤ ਮਾਨ ਹੋਏ ਹਨ। ਆਪ ਆ ਕੇ ਦਰਸ਼ਨ ਕਰੋ। ਨੀਕੇ ਸ਼ਸਤਰ ਤੁਰੰਗ ਮਗਾਏ, ਸ਼ਸਤਰ ਘੋੜੇ ਆਦਿਕ ਮਹਾਰਾਜ ਜੀ ਨੇ ਮੰਗਵਾਏ ਹਨ। ਜੋ ਆਨੈ ਲਹਿ ਖੁਸ਼ੀ ਬਿਸਾਲਾ, ਜੋ ਲੈ ਕੇ ਆਵੇਗਾ ਉਹਨਾਂ ਦੇ ਉੱਪਰ ਬਹੁਤ ਭਾਰੀ ਖੁਸ਼ੀ ਹੋਵੇਗੀ। ਨਹਿ ਬਿਲ ਮੋਹ ਆਵੋ ਤਤਕਾਲਾ, ਦੇਰੀ ਨਹੀਂ ਲਗਾਉਣੀ, ਤਤਕਾਲ ਹੀ ਲਿਆਉਣੇ ਹਨ। ਪੂਰਬ ਦਿਸ ਕੇ ਨਗਰ ਬਿਸਾਲੇ, ਜੋ ਪੂਰਬ ਦੇ ਇਲਾਕੇ ਦੀਆਂ ਸੰਗਤਾਂ ਸਨ। ਦਿੱਲੀ ਬਹੁਰ ਆਗਰੇ ਚਾਲੇ, ਦਿੱਲੀ ਦੀਆਂ ਸੰਗਤਾਂ, ਆਗਰੇ ਦੀਆਂ ਸੰਗਤਾਂ, ਪਟਨੇ ਪੁਰ ਮਕਸੂਦਾਬਾਦ ਬਾਦ, ਪਟਨਾ ਸਾਹਿਬ ਦੀਆਂ ਸੰਗਤਾਂ, ਮਕਸੂਦਾਬਾਦ ਦੀਆਂ ਸੰਗਤਾਂ, ਕਾਂਸੀ ਆਦਿਕ ਫਰਕਾਬਾਦ, ਕਾਸ਼ੀ ਦੀਆਂ ਸੰਗਤਾਂ, ਫਰੂਕਾਬਾਦ ਦੀਆਂ ਸੰਗਤਾਂ, ਜਿੱਥੋਂ ਜਿੱਥੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਆਉਂਦੀਆਂ ਸਨ। ਤਿਮ ਦੱਖਣ ਸਿੱਖੀ ਜਿਸ ਥਾਨ, ਇਸ ਤਰ੍ਹਾਂ ਦੱਖਣ ਦੇ ਇਲਾਕੇ ਦੇ ਵਿੱਚ ਜਿੱਥੇ ਜਿੱਥੇ ਸਿੱਖੀ ਫੈਲੀ ਸੀ। ਪশ্ਚਮ ਦਿਸ ਕੇ ਨਗਰ ਮਹਾਨ, ਪੱਛਮ ਦੀ ਦਿਸ਼ਾ ਵੱਲ ਵੀ ਜਿਹੜੇ ਮਹਾਨ ਨਗਰ ਸਨ। ਕਾਬਲ ਅਰ ਕੰਧਾਰ ਬਿਸ਼ੌਰ, ਕਾਬਲ ਦੇ ਇਲਾਕੇ ਦੀਆਂ ਸੰਗਤਾਂ, ਕੰਧਾਰ ਪਿਸ਼ੌਰ ਆਦਿਕ ਦੀਆਂ ਸੰਗਤਾਂ, ਗਿਨੋ ਕਹਾਂ ਲਗ ਸਿੱਖੀ ਠੌਰ, ਕਿੱਥੋਂ ਕਿੱਥੋਂ ਤੱਕ ਗਿਣਨਾ ਕਰੀ ਵੀ ਗੁਰੂ ਦੀ ਸਿੱਖੀ ਫੈਲੀ ਸੀ। ਦੇਖੋ ਮਾਲਕ ਦੀ ਕਿੰਨੀ ਕਿਰਪਾ ਹੈ। ਹੁਣ ਮਹਾਰਾਜ ਜੀ ਦੀ ਸਿੱਖੀ ਪੂਰੇ ਵਰਲਡ ਦੇ ਵਿੱਚ ਫੈਲੀ ਹੋਈ ਹੈ, ਪੂਰੇ ਸੰਸਾਰ ਦੇ ਵਿੱਚ। ਕੋਈ ਦੇਸ਼ ਐਸਾ ਨਹੀਂ ਜਿੱਥੇ ਸਿੱਖ ਨਹੀਂ ਪਹੁੰਚਿਆ ਹੋਵੇਗਾ, ਔਰ ਕੋਈ ਦੇਸ਼ ਐਸਾ ਨਹੀਂ ਜਿੱਥੇ ਸਿੱਖ ਨੇ ਗੁਰਦੁਆਰਾ ਨਹੀਂ ਬਣਾਇਆ ਹੋਵੇਗਾ। ਆਪਣਾ ਘਰ ਭਾਵੇਂ ਬਾਅਦ ਵਿੱਚ ਬਣਾਵੇ, ਕਹਿੰਦਾ ਪਹਿਲਾਂ ਗੁਰਦੁਆਰਾ ਬਣਾਉਣਾ ਹੈ। ਇਸ ਤਰ੍ਹਾਂ ਗੁਰੂ ਦੀ ਜਿੱਥੇ ਜਿੱਥੇ ਸਿੱਖੀ ਫੈਲੀ ਹੈ। ਉੱਤਰ ਪੁਰ ਆਦਿਕ ਕਸ਼ਮੀਰ, ਫਿਰ ਉੱਤਰ ਦੇ ਇਲਾਕੇ ਦੇ ਵਿੱਚ ਕਸ਼ਮੀਰ ਆਦਿਕ, ਗਮਨੇ ਸ਼ੀਗਰ ਸਿੱਖ ਜਨ ਥੀਰ, ਜਿਹੜੇ ਗੁਰਸਿੱਖ ਸਨ ਉਹ ਸ਼ੀਘਰਤਾ ਦੇ ਨਾਲ ਗਏ ਹਨ, ਕਿਉਂਕਿ ਹੱਥ ਦਸਤੀ ਚਿੱਠੀਆਂ ਲੈ ਕੇ ਜਾਣੀਆਂ ਸਨ। ਮਹਾਰਾਜ ਦੇ ਹੁਕਮਨਾਮੇ ਲੈ ਕੇ ਜਾਣੇ ਸਨ। ਪਹੁੰਚ ਹੁਕਮਨਾਮੇ ਸਭ ਥਾਨ, ਮਹਾਰਾਜ ਜੀ ਦੇ ਹੁਕਮਨਾਮੇ ਜਿਹੜੇ ਸਨ ਪਹੁੰਚਾਉਣਾ ਕੀਤੇ। ਪਠ ਮਸੰਦ ਸੁਧ ਕਰੀ ਬਖਾਨ, ਔਰ ਜੋ ਮਸੰਦ ਆਦਿਕ ਸਨ ਉਹਨਾਂ ਨੂੰ ਦੱਸਿਆ ਗਿਆ। ਸੁਨ ਸਿੱਖਨ ਜੋ ਗੁਰ ਕੀ ਕਾਰ, ਉਹਨਾਂ ਨੇ ਮਹਾਰਾਜ ਜੀ ਦੇ ਹੁਕਮਨਾਮੇ ਪੜ੍ਹੇ ਜੋ ਗੁਰਸਿੱਖਾਂ ਦੀ ਕਾਰ ਭੇਟਾ ਆਦਿਕ ਸੀ। ਖਰਚੋ ਦਰਬਲੀਨ ਹਥਿਆਰ, ਉਹ ਜੋ ਕਾਰ ਭੇਟਾ ਸੀ ਉਹਨਾਂ ਦੇ ਫਿਰ ਚੰਗੇ ਚੰਗੇ ਸ਼ਸਤਰ, ਕਿਰਪਾਨਾਂ ਆਦਿਕ, ਘੋੜੇ ਆਦਿਕ ਖਰੀਦਣਾ ਕੀਤੇ। ਚੰਚਲ ਤਰੰਗ ਮੋਲ ਕਰ ਲਈਏ, ਬੜੇ ਚੰਚਲ ਬਹੁਤ ਸੁੰਦਰ ਜਿਹੜੇ
ਚੰਗੇ ਚੰਗੇ ਮੁੱਲ ਵਾਲੇ ਜਿਹੜੇ ਘੋੜੇ ਸਨ, ਗੁਰ ਪ੍ਰਸੰਨਤਾ ਚਾਹਤ ਕੀਏ। ਸਾਰੇ ਚਾਹੁੰਦੇ ਸਨ ਵੀ ਗੁਰੂ ਦੀ ਪ੍ਰਸੰਨਤਾ ਜਿਹੜੀ ਹੈ ਉਹ ਪ੍ਰਾਪਤ ਕੀਤੀ ਜਾਵੇ। ਜਹ ਕਹਿ ਕਰੀ ਖਰੀਦ ਬਿਸਾਲੇ। ਜਿੱਥੇ ਕਿੱਥੇ ਵੀ ਜਿਹੜੀ ਸੀ ਗੁਰਸਿੱਖਾਂ ਨੇ ਖਰੀਦ ਕਰਨਾ ਕੀਤੀ, ਕਿਉਂਕਿ ਸਾਧ ਸੰਗਤ ਜੀ ਠੀਕ ਹੈ, ਸੇਵਾ ਭਾਵੇਂ ਕਿਤੇ ਵੀ ਕੀਤੀ ਜਾਵੇ ਪ੍ਰਵਾਹ ਨਹੀਂ ਹੈ, ਪਰ ਜੇ ਕਿਧਰੇ ਜਿੱਥੇ ਸੇਵਾ ਦੀ ਲੋੜ ਹੋਵੇ ਨਾ, ਉਹ ਸੇਵਾ ਕੀਤੀ ਜਾਵੇ ਨਾ, ਫਿਰ ਸਤਿਗੁਰੂ ਦੀ ਬਹੁਤ ਖੁਸ਼ੀ ਹੁੰਦੀ ਹੈ। ਕਈ ਵਾਰੀ ਆਪਾਂ ਇੱਕ ਜਗ੍ਹਾ 'ਤੇ ਜ਼ੋਰ ਦੇਈ ਜਾਂਦੇ ਹਾਂ। ਕਈ ਇਹੋ ਜਿਹੇ ਗੁਰੂ ਘਰ ਹੁੰਦੇ ਹਨ ਜਿੱਥੇ ਦਰੀ ਨਹੀਂ ਹੁੰਦੀ, ਚੌਰ ਸਾਹਿਬ ਟੁੱਟਾ ਹੋਇਆ ਹੁੰਦਾ ਹੈ, ਜਿੱਥੇ ਰੁਮਾਲੇ ਚੰਗੇ ਨਹੀਂ ਹੁੰਦੇ ਹਨ। ਇਸ ਕਰਕੇ ਮਹਾਰਾਜ ਦੇ ਬਚਨ ਹਨ, ਖੇਤ ਪਛਾਣੇ ਬੀਜੈ ਦਾਨ, ਸੋ ਖੱਤਰੀ ਦਰਗਹਿ ਪ੍ਰਵਾਨ। ਜਗ੍ਹਾ ਵੇਖ ਲੈਣੀ ਚਾਹੀਦੀ ਹੈ ਔਰ ਸਮਾਂ ਵੇਖ ਲੈਣਾ ਚਾਹੀਦਾ ਹੈ। ਮਹਾਰਾਜ ਜੀ ਦੇ ਹੁਕਮਨਾਮਿਆਂ ਨੂੰ ਪ੍ਰਾਪਤ ਕਰਕੇ ਜੋ ਗੁਰਸਿੱਖ ਸਨ, ਸਬਦਿਸ਼ ਤੇ ਦਰਸ਼ਨ ਹਿਤ ਚਾਲੇ। ਉਹ ਸਾਰੀਆਂ ਸੰਗਤਾਂ ਨੂੰ ਪਤਾ ਲੱਗਾ ਵੀ ਮਹਾਰਾਜ ਛੇਵੇਂ ਪਾਤਸ਼ਾਹ ਗੁਰਤਾ ਗੱਦੀ ਦੇ ਉੱਪਰ ਬੈਠੇ ਹਨ, ਤਖਤ ਦੇ ਉੱਪਰ ਬਿਰਾਜਮਾਨ ਹੋਏ ਹਨ। ਦਰਸ਼ਨ ਦਿਦਾਰੇ ਪ੍ਰਾਪਤ ਕਰਨ ਵਾਸਤੇ ਚੱਲ ਪਏ। ਧਨੀ ਬਿਲੰਦ ਮਸੰਦ ਅਗਾਰੀ। ਔਰ ਜਿਹੜੇ ਮਸੰਦ ਸਨ ਉਹ ਵੀ ਨਾਲ ਚੱਲੇ ਹਨ। ਗਮਨੇ ਸੰਗਤ ਸਿੱਖ ਪਿਸ਼ਾਰੀ। ਔਰ ਸਿੱਖ ਸੰਗਤਾਂ ਵੀ ਉਹਨਾਂ ਦੇ ਪਿੱਛੇ ਪਿੱਛੇ ਚੱਲਦੀਆਂ ਹਨ। ਇਤ ਸਤ ਗੁਰ ਸਭ ਕੀਨ ਸਮਾਜਾ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜੋ ਸਿੱਖ ਸੰਗਤਾਂ ਸਨ, ਬਸਤਰ ਬਿਭੂਖਨ ਪਹਿਰਨ ਕਾਜਾ। ਬਸਤਰ ਧਨ ਆਦਿਕ ਜੋ ਸੀ, ਹੋਰ ਸੇਵਾਵਾਂ, ਪੋਸ਼ਿਸ਼ ਪੀਤ ਜਰੀ ਸੁਤ ਛਾਜੈ। ਸੁੰਦਰ ਸੁੰਦਰ ਕਹਿੰਦੇ ਜੋ ਪੁਸ਼ਾਕਾਂ ਸਨ, ਜਾਮਾ ਬੜ ਅਬਿਰਾਮ ਬਿਰਾਜੈ। ਸੁੰਦਰ ਸੁੰਦਰ ਜੋ ਜਾਮੇ ਚੋਲੇ ਆਦਿਕ ਹਨ। ਕਲਗੀ ਜਿਗਾ ਜਵਾਹਰ ਜਰੇ। ਜੋ ਕਲਗੀ ਸੀ ਜਿਹਦੇ ਵਿੱਚ ਜਵਾਹਰਾਤ ਆਦਿਕ ਜੜੇ ਹਨ ਸਨ। ਮੁਕਤਾ ਗੁਸ਼ ਤਿਨਹੋਂ ਪਰ ਕਰੇ। ਮੋਤੀਆਂ ਦੇ ਜਿਹੜੇ ਗੁੱਛੇ ਸਨ ਉਹ ਵੀ ਲੱਗੇ ਸਨ। ਕੰਚਨ ਕੰਕਨ ਹੀਰਨ ਖਚੇ। ਔਰ ਜਿਨ੍ਹਾਂ ਦੇ ਵਿੱਚ ਸੋਨੇ ਆਦਿਕ ਦੇ ਬਣੇ ਸਨ, ਵਿੱਚ ਹੀਰੇ ਜੜੇ ਹੋਏ ਸਨ। ਕੁੰਡਲ ਦਮਕ ਜੇਬ ਜੁਤ ਰਚੇ। ਇਹੋ ਜਿਹੀਆਂ ਸੇਵਾਵਾਂ ਵੀ ਸੰਗਤਾਂ ਕਰ ਰਹੀਆਂ ਸਨ। ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰਦਾ ਹੈ, ਕੋਈ ਕਿਸੇ ਤਰ੍ਹਾਂ ਦੀ ਕਰਦਾ ਹੈ। ਮੁਕਤਾ ਮਾਲ ਉਜਾਲ ਬੇਸਾਲਾ। ਮੋਤੀਆਂ ਦੀਆਂ ਮਾਲਾਂ, ਇੱਕ ਸਮਾਨ ਗਨ ਗਿਰਦ ਸੋਟਾਲਾ। ਜੋ ਕਿ ਮੋਤੀ ਜਿਹੜੇ ਇੱਕ ਸਾਰ ਹਨ, ਕੋਈ ਵੱਡੇ ਛੋਟੇ ਨਹੀਂ। ਜਿਹੜੀ ਮੋਤੀਆਂ ਦੀ ਮਾਲਾ ਹਨ ਬਣਾਈਆਂ, ਇੱਕ ਰਸ ਇੱਕ ਤਰ੍ਹਾਂ ਦੇ ਮੋਤੀ ਹਨ ਉਹਨਾਂ ਵਿੱਚ। ਰਚੇ ਕੌਰ ਹੀਰੇ ਬਰ ਬੀਚੇ। ਔਰ ਕਹਿੰਦੇ ਹੀਰੇ ਆਦਿਕ ਵੀ ਜਿਹੜੇ ਹਨ ਚੀਰ ਚੀਰ ਕੇ ਵਿੱਚ ਜੜੇ ਹੋਏ ਹਨ। ਜਿਨ ਕੀ ਦਮਕ ਹੋਤ ਵਿਸਤੀਰੇ। ਜਿਨ੍ਹਾਂ ਦੀ ਬਹੁਤ ਭਾਰੀ ਚਮਕ ਦਮਕ ਹੈ। ਨਵਰਤਨੇ ਸੁੰਦਰ ਬਨਵਾਏ। ਔਰ ਨਵਰਤਨੇ ਹੋਰ ਜਿਹੜੇ ਜੜਾਊ ਕੰਗਣ ਆਦਿਕ ਹਨ ਉਹ ਵੀ ਬਣਵਾਉਣਾ ਕੀਤੇ। ਨਵਵਰ ਵਰਣ ਜਿਨ੍ਹੋਂ ਅਧਿਕਾਏ। ਐਸੇ ਐਸੇ ਸੁੰਦਰ ਬਸਤਰ ਆਦਿਕ ਹੋਰ ਜੋ ਸੇਵਾਵਾਂ ਸਨ। ਤਥਾ ਸ਼ਾਸਤਰ ਸੁਤਰੇ ਸਮੁਦਾਏ। ਇਸੇ ਤਰ੍ਹਾਂ ਕੋਈ ਗੁਰਮੁਖ ਪਿਆਰੇ ਜਿਹੜੇ ਸਨ, ਸੁੰਦਰ ਸੁੰਦਰ ਸੁਥਰੇ ਸ਼ਸਤਰ ਬਣਵਾ ਕੇ, ਭੂਖਨ ਸਾਜ ਨਵੀਨ ਬਨਾਏ। ਨਵੇਂ ਨਵੇਂ ਜਿਹੜੇ ਸਨ ਬਣਾ ਕੇ ਲਿਆ ਰਹੇ ਹਨ। ਹੁਕਮ ਸਬਨ ਪਰ ਗੁਰ ਕਰ ਦੀਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਨੂੰ ਹੁਕਮ ਕਰ ਦਿੱਤਾ। ਸਾਜ ਤੁਰੰਗਨ ਬਨਹਿ ਨਵੀਨਾ। ਔਰ ਸੁੰਦਰ ਸੁੰਦਰ ਘੋੜਿਆਂ ਆਦਿਕ ਜਿਹੜੇ ਉੱਪਰ ਪਾਉਣ ਵਾਲੇ ਸਾਜ਼ ਹਨ ਉਹ ਵੀ ਨਵੇਂ ਬਣਨ ਲੱਗੇ। ਕੰਚਨ ਰਜਤ ਬਿਭੂਖਨ ਬਨੈ। ਉਹਨਾਂ ਦੇ ਉੱਪਰ ਵੀ ਜਿਹੜੀਆਂ ਕਈ ਸੋਨੇ ਦੀਆਂ ਕਾਠੀਆਂ, ਚਾਂਦੀ ਦੀਆਂ ਕਾਠੀਆਂ, ਉਹਨਾਂ ਦਾ ਕੰਮ ਹੋਇਆ ਹੈ। ਇਸ ਤਰ੍ਹਾਂ ਦੇ ਸੁੰਦਰ ਸੁੰਦਰ ਬਸਤਰ। ਰੇਸ਼ਮ ਡੋਰ ਜਰੀ ਗਨ ਬਸਨੈ। ਰੇਸ਼ਮ ਆਦਿਕ ਦੀਆਂ ਡੋਰਾਂ ਹਨ, ਜਰੀ ਆਦਿਕ ਲੱਗੀ ਹੋਈ ਹੈ, ਜਰੀ ਦੇ ਕੱਪੜੇ ਹਨ। ਸੁਨ ਸੁਨ ਹੁਕਮ ਚੌਂਪ ਕਰ ਸਾਰੇ। ਔਰ ਸੰਗਤਾਂ ਹੁਕਮ ਸੁਣ ਸੁਣ ਕੇ ਬੜੇ ਚਾਅ ਦੇ ਨਾਲ, ਬੜੇ ਉਤਸ਼ਾਹ ਦੇ ਨਾਲ, ਕਿਉਂਕਿ ਬਰਕਤ ਪੈਂਦੀ ਹੈ ਨਾ ਸੇਵਾ ਕਰਨ ਦੇ ਨਾਲ, ਭੰਡਾਰੇ ਭਰ ਜਾਂਦੇ ਹਨ। ਜੋ ਗੁਰੂ ਕਾ ਸਿੱਖ ਦਸਵੰਧ ਕੱਢਦਾ ਹੈ ਆਪਣੀ ਕਮਾਈ ਦੇ ਵਿੱਚ, ਸੇਵਾ ਦੇ ਵਿੱਚ ਲਾਉਂਦਾ ਹੈ, ਉਹਨੂੰ ਕਦੇ ਤੋਟ ਆਉਂਦੀ ਹੀ ਨਹੀਂ ਹੈ। ਉਹਦੇ ਭੰਡਾਰੇ ਹਮੇਸ਼ਾ ਭਰੇ ਹੀ ਰਹਿੰਦੇ ਹਨ।
ਇਸ ਤਰ੍ਹਾਂ ਮਹਾਰਾਜ ਜੀ ਦੇ ਹੁਕਮ ਦੇ ਨਾਲ ਸੰਗਤਾਂ ਸੇਵਾ ਕਰ ਰਹੀਆਂ ਹਨ। ਲਗੇ ਕਰਾਵਨ ਕਾਰਜ ਤਿਆਰੇ। ਇਸ ਤਰੀਕੇ ਦੇ ਨਾਲ ਜੋ ਗੁਰਮੁਖ ਪਿਆਰੇ ਹਨ ਇਹ ਕਾਰਜ ਦੇ ਵਿੱਚ ਲੱਗੇ ਹਨ। ਸ੍ਰੀ ਗੁਰ ਬ੍ਰਿਧ ਕੇ ਸੰਮਤ ਹੋਏ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸੇਵਾ ਕਰਵਾ ਰਹੇ ਹਨ। ਸਰਬ ਵਸਤ ਕਰਵਾਇਸ ਤਿਆਰੇ। ਸਾਰੀਆਂ ਵਸਤੂਆਂ ਜੋ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿਆਰ ਕਰਵਾਉਣਾ ਕੀਤੀਆਂ। ਕਾਠੀਆਂ ਬਣਨ ਲੱਗ ਪਈਆਂ, ਸ਼ਸਤਰ ਘੜੇ ਜਾਣ ਲੱਗ ਪਏ, ਕਿਉਂਕਿ ਮਹਾਰਾਜ ਜੀ ਨੇ ਲੋਹਗੜ੍ਹ ਸਾਹਿਬ ਦਾ ਕਿਲ੍ਹਾ ਬਣਵਾਇਆ ਸੀ ਵੀ ਇੱਥੇ ਸ਼ਸਤਰ ਘੜੇ ਜਾਣਗੇ। ਬੜੇ ਬੜੇ ਸੁੰਦਰ ਸੁੰਦਰ ਵਧੀਆ ਵਧੀਆ ਸ਼ਸਤਰ ਜਿਹੜੇ ਸਨ ਮਹਾਰਾਜ ਨੇ ਇੱਥੇ ਤਿਆਰ ਕਰਵਾਉਣਾ ਕੀਤੇ। ਔਰ ਇੱਥੇ ਕੁਝ ਸੂਰਮੇ ਵੀ ਸਨ। ਇਸ ਤਰੀਕੇ ਦੇ ਨਾਲ ਘੋੜੇ ਆਦਿਕ ਜਿਹੜੇ ਸਨ ਉਹਨਾਂ ਦਾ ਤਬੇਲਾ ਵੀ ਬਣਾਇਆ ਗਿਆ। ਜੋ ਤਿਆਰੀਆਂ ਕਰਨ ਯੋਗ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਕਰਵਾ ਰਹੇ ਹਨ। ਕੇਤਕ ਵਸਤ ਬਣਾਏ ਦਿਖਾਵੈ। ਔਰ ਕਈ ਗੁਰਮੁਖ ਪਿਆਰੇ ਜਿਹੜੇ ਹਨ ਉਹ ਵਸਤੂਆਂ ਤਿਆਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਪਵਾਉਂਦੇ ਹਨ, ਲਿਆ ਕੇ ਵਿਖਾਉਂਦੇ ਹਨ, ਮਹਾਰਾਜ ਕੋਲ ਪਾਸ ਕਰਵਾਉਂਦੇ ਹਨ ਕਿ ਮਹਾਰਾਜ ਦੇਖੋ ਇਹ ਸਹੀ ਬਣਿਆ ਹੈ। ਜੇ ਕੋਈ ਕਮੀ ਪੇਸ਼ੀ ਹੈ ਤਾਂ ਤੁਸੀਂ ਦੱਸ ਦਿਓ, ਅਸੀਂ ਫਿਰ ਦੁਬਾਰਾ ਤਿਆਰ ਕਰ ਲਈਏ। ਇਸ ਤਰ੍ਹਾਂ ਗੁਰੂ ਦੀਆਂ ਖੁਸ਼ੀਆਂ ਲੈ ਰਹੇ ਹਨ। ਸਿਰਜਹਿ ਸੁੰਦਰ ਪਿਖ ਹਰ ਖਾਵੈ। ਸੁੰਦਰ ਸੁੰਦਰ ਸਿਰਜ ਰਹੇ ਹਨ, ਬਣਾ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਸੁੰਦਰ ਸੁੰਦਰ ਸ਼ਸਤਰਾਂ ਨੂੰ ਦੇਖ ਕੇ ਉਹਨਾਂ ਨੂੰ ਆਪਣੇ ਹੱਥ ਦੇ ਵਿੱਚ ਪਕੜ ਪਕੜ ਕੇ ਦੇਖਦੇ ਹਨ, ਦ੍ਰਿਸ਼ਟੀ ਪਾਉਂਦੇ ਹਨ। ਗੁਰਸਿੱਖਾਂ ਦੇ ਉੱਪਰ ਬਹੁਤ ਭਾਰੀ ਪ੍ਰਸੰਨਤਾ ਕਰਦੇ ਹਨ। ਮਿਲੇ ਆਪਸ ਮੈਂ ਸੁਜਸ ਉਚਾਰੈ। ਔਰ ਸੰਗਤਾਂ ਫਿਰ ਆਪਸ ਦੇ ਵਿੱਚ ਮਿਲ ਮਿਲ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਵਡਿਆਈ ਮਹਿਮਾ ਗਾਇਨ ਕਰਦੇ ਹਨ। ਧੰਨ ਹਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਧੰਨ ਹਨ। ਇਹਨਾਂ ਦੀ ਮਹਿਮਾ ਅਪਰੰਗ ਅਪਾਰ ਹੈ। ਅਕਾਲ ਤਖਤ ਸਾਹਿਬ ਮਹਾਰਾਜ ਜੀ ਨੇ ਤਿਆਰ ਕਰਵਾ ਲਿਆ। ਆਪ ਨੀਂਹ ਰੱਖੀ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਚਿਣਾਈ ਦਾ ਕੰਮ ਕੀਤਾ। ਤਖਤ ਦੇ ਉੱਪਰ ਬਿਰਾਜਣ ਦੇ ਪ੍ਰਸੰਗ ਜਿਹੜੇ ਹਨ ਅੱਗੇ ਆ ਰਹੇ ਹਨ। ਜਦ ਮਹਾਰਾਜ ਜੀ ਤਖਤ ਦੇ ਉੱਪਰ ਬੈਠਦੇ ਹਨ, ਕੁਝ ਮਸੰਦਾਂ ਨੇ ਸ਼ੰਕਾ ਕੀਤਾ ਵੀ ਪਹਿਲੇ ਸਤਿਗੁਰੂ ਤੋਂ ਲੈ ਕੇ ਪੰਜਵੇਂ ਸਤਿਗੁਰੂ ਤੱਕ ਮਹਾਰਾਜ ਗੱਦੀ ਲਾ ਕੇ ਬੈਠਦੇ ਸਨ, ਇਹਨਾਂ ਨੇ ਤਖਤ ਰਚ ਲਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੋਈ ਮਰਜ਼ਾਦਾ ਬਦਲੀ ਨਹੀਂ, ਬਲਕਿ ਮਰਜ਼ਾਦਾ ਦੇ ਵਿੱਚ ਵਾਧਾ ਕੀਤਾ ਹੈ। ਧਰਮਸ਼ਾਲ ਕਰ ਬਹੀ ਦਾ ਇਕ ਥਾਉ ਨਾ ਟਿਕੈ ਟਿਕਾਇਆ। ਪਾਤਸ਼ਾਹ ਘਰ ਆਮਦੇ ਗੜ ਚੜ੍ਹਿਆ, ਪਾਤਸ਼ਾਹ ਚੜ੍ਹਾਇਆ। ਸ਼ੰਕਾ ਕਰਨ ਵਾਲੇ ਇਸ ਤਰ੍ਹਾਂ ਸ਼ੰਕਾ ਕਰਦੇ ਸਨ। ਪਹਿਲਾਂ ਪਾਤਸ਼ਾਹ ਕੋਲ ਆਉਂਦੇ ਸਨ ਚੱਲ ਕੇ, ਅਕਬਰ ਵਰਗੇ ਕੋਲ ਚੱਲ ਕੇ ਆਏ ਗੁਰੂ ਅਮਰਦਾਸ ਮਹਾਰਾਜ ਜੀ ਦੇ, ਔਰ ਕਹਿੰਦੇ ਇਹ ਆਪ ਪਾਤਸ਼ਾਹਾਂ ਨੂੰ ਮਿਲਣ ਵਾਸਤੇ ਜਾਂਦੇ ਹਨ। ਇਸ ਤਰ੍ਹਾਂ ਦੇ ਸ਼ੰਕਿਆਂ ਦਾ ਜ਼ਿਕਰ ਆਉਂਦਾ ਹੈ ਕਿ ਮਹਾਰਾਜ ਜਦ ਆਉਣ ਵਾਲੇ ਸਮੇਂ ਦੇ ਵਿੱਚ ਜਦ ਦਿੱਲੀ ਜਾਂਦੇ ਹਨ ਤਾਂ ਕਦੇ ਕਦੇ ਮਹਾਰਾਜ ਜੀ ਆਪ ਵੀ ਜਹਾਂਗੀਰ ਨੂੰ ਮਿਲਣ ਵਾਸਤੇ, ਸ਼ਾਹਜਹਾਨ ਨੂੰ ਮਿਲਣ ਵਾਸਤੇ ਚਲੇ ਜਾਂਦੇ ਹਨ। ਕਦੇ ਸ਼ਾਹਜਹਾਨ ਮਿਲਣ ਵਾਸਤੇ ਆਉਂਦਾ ਹੈ, ਜਹਾਂਗੀਰ ਕਦੇ ਮਿਲਣ ਵਾਸਤੇ ਆਉਂਦਾ ਹੈ। ਮਜਨੂ ਦੇ ਟਿੱਲੇ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਉਤਾਰਾ ਰੱਖਦੇ ਹਨ। ਜਹਾਂਗੀਰ ਪਹਿਲਾਂ ਤਾਂ ਠੀਕ ਚੱਲਦਾ ਰਿਹਾ, ਭਾਵੇਂ ਇਸ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹਦੇ ਹੁਕਮ ਦੇ ਨਾਲ ਹੀ ਚੰਦੂ ਨੇ ਸ਼ਹੀਦ ਕਰਵਾਇਆ ਸੀ, ਕਿਉਂਕਿ ਤੋਜ ਕੇ ਜਹਾਂਗੀਰੀ ਦੇ ਵਿੱਚ ਇਹਨੇ ਕਬੂਲ ਕੀਤਾ ਹੈ। ਆਪਣੇ ਦੀ ਆਪਣੇ ਹੱਥਾਂ ਦੀ ਲਿਖਤ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਝੂਠ ਦੀ ਦੁਕਾਨ ਖੋਲ੍ਹੀ ਹੈ, ਬਲਕਿ ਸਾਧ ਸੰਗਤ ਜੀ ਇੱਥੇ ਤਾਂ ਸੱਚਾ ਸੌਦਾ ਮਿਲਦਾ ਹੈ, ਝੂਠਾ ਨਹੀਂ। ਇਹਨੇ ਆਖਿਆ ਵੀ ਸਿੱਖ ਤਾਂ ਗੁਰੂ ਦੇ ਪ੍ਰੇਮੀ ਸ਼ਰਧਾਲੂ ਬਣਨੇ ਹੀ ਹਨ। ਕਈ ਭੁੱਲੜ ਮੁਸਲਮਾਨ ਵੀ ਗੁਰੂ ਦੇ ਪ੍ਰੇਮੀ ਬਣ ਰਹੇ ਹਨ, ਸ਼ਰਧਾਲੂ ਬਣ ਰਹੇ ਹਨ।
ਮੈਂ ਝੂਠ ਦੀ ਦੁਕਾਨ ਨੂੰ ਬੰਦ ਕਰਵਾਉਣਾ ਚਾਹੁੰਦਾ ਸੀ। ਪਰ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਤਾਂ ਸਾਰਿਆਂ ਵਾਸਤੇ ਸਾਂਝਾ ਹੈ, ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ। ਕਿਉਂਕਿ ਜਿਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਲਾਹੌਰ ਜਾਂਦੇ ਹਨ ਤਾਂ ਜਹਾਂਗੀਰ ਨੇ ਆਖਿਆ ਸੀ ਵੀ ਬੜਾ ਰੌਲਾ ਪਿਆ ਹੋਇਆ ਹੈ, ਹਿੰਦੂ ਆਖਦੇ ਹਨ ਕਿ ਮੁਸਲਮਾਨ ਕਾਫਰ ਹਨ, ਮੁਸਲਮਾਨ ਆਖਦੇ ਹਨ ਹਿੰਦੂ ਕਾਫਰ ਹਨ। ਮਹਾਰਾਜ ਤੁਸੀਂ ਦੱਸੋ ਵੀ ਅਸਲ ਦੇ ਵਿੱਚ ਗੱਲ ਕੀ ਹੈ, ਸਹੀ ਕੌਣ ਹਨ? ਸੱਚੇ ਪਾਤਸ਼ਾਹ ਜੀ ਨੇ ਫਿਰ ਉੱਥੇ ਸ਼ਬਦ ਉਚਾਰਨ ਕੀਤਾ ਸੀ, ਰਾਮ ਕਲੀ ਮਹੱਲਾ ਪੰਜਵਾਂ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ ਕੋਈ ਅਲਾਹੇ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ, ਕੋਈ ਨਹਾਵੇ ਤੀਰਥ ਕੋਈ ਹਜ ਜਾਏ, ਕੋਈ ਪੜ੍ਹੇ ਵੇਦ ਕੋਈ ਕਤੇਬ, ਕੋਈ ਓਢੇ ਨੀਲ ਕੋਈ ਸਫੇਦ, ਕੋਈ ਕਹੇ ਤੁਰਕ ਕੋਈ ਕਹੇ ਹਿੰਦੂ, ਕੋਈ ਬੰਸ਼ੈ ਪਿਸ਼ਤ ਕੋਈ ਸੁਰਗਿੰਦੂ। ਮਹਾਰਾਜ ਕਹਿੰਦੇ ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਗੱਲ ਤਾਂ ਪਰਮੇਸ਼ਰ ਦੇ ਭਜਨ ਦੀ ਹੈ। ਕੋਈ ਰਾਮ ਰਾਮ ਜਪੀ ਜਾਵੇ, ਅੱਲਾ ਅੱਲਾ ਜਪੀ ਜਾਵੇ, ਵਾਹਿਗੁਰੂ ਵਾਹਿਗੁਰੂ ਜਪੀ ਜਾਵੇ, ਮਹਾਰਾਜ ਦਾ ਨਾਮ ਹੀ ਲੈਣਾ ਹੈ ਨਾ ਪਰਮੇਸ਼ਰ ਦਾ। ਸੂਰਜ ਦੇ ਕਈ ਨਾਮ ਹਨ, ਕੋਈ ਸੰਨ ਆਖੀ ਜਾਂਦਾ ਹੈ, ਕੋਈ ਸੂਰਿਆ ਆਖੀ ਜਾਂਦਾ ਹੈ, ਪੰਜਾਬੀ ਵਿੱਚ ਸੂਰਜ ਕਿਹਾ ਜਾਂਦਾ ਹੈ। ਧਰਤੀ ਦੇ ਕਈ ਨਾਮ ਹਨ, ਕੋਈ ਧਰਣੀ ਕਹੀ ਜਾਂਦਾ ਹੈ, ਕੋਈ ਧਰਤੀ ਕਹੀ ਜਾਂਦਾ ਹੈ। ਬਾਣੀ ਵਿੱਚ ਵਸੁਦਾ ਨਾਮ ਵੀ ਆਇਆ ਹੈ। ਕਈ ਨਾਮ ਹੈ ਤਾਂ ਧਰਤੀ ਹੈ, ਕੋਈ ਉਹਦੀ ਹਸਤੀ ਤਾਂ ਨਹੀਂ ਬਦਲ ਗਈ ਹੈ। ਇਸ ਕਰਕੇ ਰਾਮ ਆਖੀ ਜਾਵੇ, ਕੋਈ ਅੱਲਾ ਆਖੀ ਜਾਵੇ, ਕੋਈ ਵਾਹਿਗੁਰੂ ਆਖੀ ਜਾਵੇ, ਹੈ ਤਾਂ ਪਰਮੇਸ਼ਰ ਹੀ ਨਾ। ਪਰ ਧਾਰਮਿਕ ਲੋਕ ਝਗੜਾ ਪਾ ਕੇ ਰੱਖਦੇ ਹਨ, ਰਾਜਨੀਤਿਕ ਲੋਕ ਝਗੜਾ ਪਾ ਕੇ ਰੱਖਦੇ ਹਨ, ਲੋਕਾਂ ਨੂੰ ਆਪਸ ਦੇ ਵਿੱਚ ਲੜਾ ਕੇ ਰੱਖਦੇ ਹਨ, ਇਕੱਠਿਆਂ ਨਹੀਂ ਹੋਣ ਦਿੰਦੇ ਹਨ। ਦੇਖੋ ਜੇਕਰ ਕਿਧਰੇ ਮੈਜੋਰਟੀ ਹੋ ਜਾਵੇ ਸਾਰਿਆਂ ਦੀ, ਫੇਰ ਤਾਂ ਖਤਰਾ ਹੀ ਕੋਈ ਨਹੀਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਵਿੱਚ ਵੀ ਅੱਗੇ ਚੱਲ ਕੇ ਇਹ ਫਿਰ ਬਚਨ ਆਉਂਦੇ ਹਨ। ਜਹਾਂਗੀਰ ਨੇ ਵੀ ਇਹ ਸਵਾਲ ਕੀਤਾ ਸੀ ਮਹਾਰਾਜ ਜੀ ਦੇ ਸਾਹਮਣੇ, ਮਹਾਰਾਜ ਹਿੰਦੂ ਚੰਗੇ ਹਨ ਕਿ ਮੁਸਲਮਾਨ ਚੰਗੇ ਹਨ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਉੱਤਰ ਦਿੱਤਾ ਸੀ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਣਹਾਰੇ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ। ਕਹਿੰਦੇ ਇੱਕੋ ਮਿੱਟੀ ਦੇ ਹੀ ਸਾਰੇ ਭਾਂਡੇ ਬਣੇ ਹੋਏ ਹਨ, ਕੋਈ ਜਰਾ ਛੋਟਾ ਹੈ ਕੋਈ ਵੱਡਾ ਹੈ, ਮਿੱਟੀ ਤਾਂ ਸਾਰਿਆਂ ਨੂੰ ਇੱਕੋ ਹੀ ਲੱਗੀ ਹੈ। ਧੰਨ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀ ਬਚਨ ਆਉਂਦੇ ਹਨ। ਕਹਿੰਦੇ ਇਹ ਨਹੀਂ ਵੀ ਅਮੀਰ ਨੂੰ ਕੋਈ ਹੋਰ ਤਰ੍ਹਾਂ ਦੇ ਨੈਣ ਨਕਸ਼ ਲੱਗੇ ਹਨ, ਗਰੀਬ ਨੂੰ ਹੋਰ ਤਰ੍ਹਾਂ ਦੇ ਲੱਗੇ ਹਨ। ਮਹਾਰਾਜ ਨੇ ਤਾਂ ਅੰਗ ਪ੍ਰਤੰਗ ਸਭ ਨੂੰ ਇੱਕੋ ਜਿਹੇ ਹੀ ਬਣਾਏ ਹਨ, ਲਾਏ ਹਨ। ਇੱਕ ਨੈਣ, ਇੱਕ ਕਾਨ, ਇੱਕ ਦੇਹ, ਇੱਕ ਬਾਨ, ਖਾਕ ਬਾਦ ਆਤਸ ਆਪ ਕੋ ਰਲਾਓ ਹੈ। ਔਰ ਸਾਰਿਆਂ ਨੂੰ ਮਹਾਰਾਜ ਨੇ ਪੰਜਾਂ ਤੱਤਾਂ ਦਾ ਹੀ ਬਣਾਇਆ ਹੈ। ਇਹ ਨਹੀਂ ਵੀ ਕਿਸੇ ਕੋਈ ਅਮੀਰ ਹੈ ਤਾਂ ਉਹਨੂੰ 6 ਤੱਤ ਲਾ ਦਿੱਤੇ ਹਨ। ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ। ਕਹਿੰਦੇ ਕਿਸੇ ਦਾ ਕੀਤਾ ਹੁੰਦਾ ਹੋਵੇ, ਕੋਈ 6ਵਾਂ ਤੱਤ ਜਿਹੜਾ ਹੈ ਉਹ ਬਣਾ ਕੇ ਵਿਖਾਵੇ, 6 ਤੱਤਾਂ ਦਾ ਸਰੀਰ ਬਣਾ ਕੇ ਵਿਖਾਵੇ। ਸਭ ਦੇ ਮਹਾਰਾਜ ਨੇ 5 ਤੱਤ ਹੀ ਬਣਾਏ ਹਨ। ਫਿਰ ਮਹਾਰਾਜ ਦੇ ਹੋਰ ਵੀ ਬਚਨ ਆਉਂਦੇ ਹਨ ਕਿ ਸਾਰਿਆਂ ਦੇ ਖੂਨ ਦਾ ਰੰਗ ਲਾਲ ਹੀ ਹੈ। ਕਬੀਰ ਸਾਹਿਬ ਜੀ ਨੇ ਵੀ ਕਿਹਾ ਸੀ ਨਾ, ਹਮ ਕਤ ਲੋਹੂ ਤੁਮ ਕਤ ਦੂਧ। ਕਹਿੰਦੇ ਬ੍ਰਾਹਮਣੋ ਇਹ ਗੱਲ ਨਹੀਂ ਵੀ ਸਾਡੇ ਨਾੜਾਂ ਦੇ ਵਿੱਚ ਸਰੀਰ ਦੇ ਵਿੱਚ ਕੋਈ ਲਹੂ ਹੈ ਤੇ ਤੁਹਾਡੇ ਵਿੱਚ ਦੁੱਧ ਦੌੜ ਰਿਹਾ ਹੈ। ਕਹਿੰਦੇ ਇਹੋ ਜਿਹੀ ਗੱਲ ਨਹੀਂ।
ਸਭ ਦੇ ਸਰੀਰਾਂ ਵਿੱਚ ਮਾਲਕ ਨੇ ਲਹੂ ਹੀ ਦੌੜਾਇਆ ਹੈ, ਲਹੂ ਹੀ ਚੱਲ ਰਿਹਾ ਹੈ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹ ਤੁਮ ਕਤ ਦੂਧ। ਔਰ ਫੈਸਲਾ ਦਿੱਤਾ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ। ਬ੍ਰਾਹਮਣ ਉਹ ਹੈ ਜੋ ਬ੍ਰਹਮ ਦੀ ਵਿਚਾਰ ਕਰਦਾ ਹੈ, ਜੋ ਭਜਨ ਕਰਦਾ ਹੈ। ਭਗਤ ਰਵਿਦਾਸ ਜੀ ਜੁੱਤੀਆਂ ਗੰਢਦੇ ਹੋਏ ਬ੍ਰਾਹਮਣ ਹਨ, ਉੱਚੀ ਜਾਤ ਦੇ ਹਨ, ਮਹਾਨ ਹਨ। ਔਰ ਸਾਧ ਸੰਗਤ ਜੀ ਜਿਹੜਾ ਉੱਚੀ ਵਿੱਚ ਹੋ ਕੇ ਵੀ ਸਿਗਰਟਾਂ ਪੀਂਦਾ ਹੈ, ਸ਼ਰਾਬਾਂ ਪੀਂਦਾ ਹੈ, ਨਸ਼ੇ ਖਾਂਦਾ ਹੈ, ਤੰਬਾਕੂ ਖਾਂਦਾ ਹੈ, ਕਿਹੜੀ ਗੱਲ ਦੀ ਉੱਚੀ ਜਾਤ ਹੈ? ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫੈਸਲਾ ਕੀਤਾ, ਆਖਣ ਲੱਗੇ ਕਿ ਇਹ ਜਾਤ ਜਨਮ ਨੇ ਪੁੱਛੀਐ ਸੱਚ ਕਰ ਲਿਓ ਬਤਾਏ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਕਾਜੀ ਨੇ ਆਖਿਆ ਸੀ ਨਾ, ਧਰਮ ਤੁਮਹਾਰਾ ਖੂਬ ਕੇ ਹਮਾਰਾ ਖੂਬ। ਮਹਾਰਾਜ ਸੱਚੇ ਪਾਤਸ਼ਾਹ ਬਾਜਾਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਸੀ, ਧਰਮ ਕੋਈ ਮਾੜਾ ਨਹੀਂ, ਬਸ ਉਹਦੇ ਉੱਪਰ ਚੱਲਣ ਦੀ ਜਾਂਚ ਹੋਣੀ ਚਾਹੀਦੀ ਹੈ। ਹਮਕੋ ਹਮਾਰਾ ਖੂਬ, ਤੁਮਕੋ ਤੁਮਹਾਰਾ ਖੂਬ। ਜੋ ਜੋ ਕਿਸੇ ਨੇ, ਕਿਸੇ ਪੈਗੰਬਰ ਨੇ, ਕਿਸੇ ਅਵਤਾਰ ਨੇ ਜੋ ਜੋ ਅਸੂਲ ਬਣਾਏ ਹਨ, ਚੰਗੇ ਹੀ ਬਣਾਏ ਹਨ। ਹਾਂ, ਸਿੱਖ ਧਰਮ ਨਵੀਨ ਧਰਮ ਹੈ, ਸਭ ਤੋਂ ਉੱਤਮ ਧਰਮ ਹੈ। ਇਹਦੇ ਜਿਹੜੇ ਅਸੂਲ ਹਨ ਸਭ ਤੋਂ ਮਹਾਨ ਹਨ। ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਵਿੱਚ ਵੀ ਬਚਨ ਆਉਂਦੇ ਹਨ, ਭਾਈ ਗੁਰਦਾਸ ਸਾਹਿਬ ਜੀ ਦੇ ਵੀ ਬਚਨ ਆਉਂਦੇ ਹਨ। ਕਹਿੰਦੇ ਰੁੱਖ ਦੀ ਸਿਖਰ ਤੱਕ ਜੇ ਕਿਧਰੇ ਕੀੜੀ ਨੇ ਜਾਣਾ ਹੋਵੇ ਤਾਂ ਉਹਨੂੰ ਸਮਾਂ ਲੱਗਦਾ ਹੈ, ਸਹਿਜੇ ਸਹਿਜੇ ਜਾਂਦੀ ਹੈ, ਕਰਮ ਕਰਮ ਕਰਕੇ ਜਾਂਦੀ ਹੈ। ਪਰ ਕਹਿੰਦੇ ਜੇ ਪੰਛੀ ਜਿਹੜਾ ਹੈ ਨਾ ਉਹ ਸਿੱਧਾ ਉਡਾਰੀ ਮਾਰ ਕੇ ਪਹੁੰਚ ਜਾਂਦਾ ਹੈ। ਗੁਰੂ ਨਾਨਕ ਦੇ ਘਰ ਦੀ ਵਡਿਆਈ ਬੜੀ ਵੱਡੀ ਹੈ। ਜਿਹੜਾ ਇੱਕ ਕਦਮ ਚੱਲਦਾ ਹੈ, ਸਤਿਗੁਰੂ ਉਹਦੇ ਵੱਲ ਕਰੋੜਾਂ ਕਦਮ ਚੱਲ ਕੇ ਆ ਜਾਂਦੇ ਹਨ। ਬੜੀ ਭਾਰੀ ਬਰਕਤ ਪੈਂਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਭਾਈ ਮਾਲੋ ਜੀ, ਭਾਈ ਮੰਗਾ ਜੀ ਦੇ ਨਾਲ। ਆਖਣ ਲੱਗੇ ਇੱਕ ਲੱਕੜਹਾਰਾ ਹੁੰਦਾ ਹੈ ਜਿਹੜਾ ਸਾਰਾ ਦਿਨ ਲੱਕੜਾਂ ਕੱਟ ਕੱਟ ਕੇ ਉਹਦੇ ਕੋਲੇ ਬਣਾ ਕੇ ਵੇਚਦਾ ਹੈ, ਮਸਾਂ ਉਹਦਾ ਗੁਜ਼ਾਰਾ ਹੁੰਦਾ ਹੈ। ਆਖਣ ਲੱਗੇ ਇੱਕ ਜੌਹਰੀ ਹੁੰਦਾ ਹੈ ਜਿਹੜਾ ਇੱਕ ਹੀ ਲਾਲ ਵੇਚ ਲਵੇ, ਉਹਦੀਆਂ ਕਈ ਪੁਸ਼ਤਾਂ ਤੱਕ ਨਹੀਂ ਮੁੱਕਦਾ ਹੈ। ਬਾਣੀ ਪੜ੍ਹਨੀ, ਸਿਮਰਨ ਕਰਨਾ, ਭਜਨ ਕਰਨਾ, ਇਹ ਲਾਲਾਂ ਦਾ ਵਪਾਰ ਹੈ, ਰਤਨਾਂ ਦਾ ਵਪਾਰ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਇਸ ਕਰਕੇ ਜਿਹੜਾ ਪੰਛੀ ਹੈ ਉਹ ਉਡਾਰੀ ਮਾਰ ਕੇ ਪਹੁੰਚ ਜਾਂਦਾ ਹੈ, ਕੀੜੀ ਸਹਿਜੇ ਸਹਿਜੇ ਜਾਂਦੀ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਸਾਧ ਸੰਗਤ ਜੀ ਪੰਛੀਆਂ ਵਾਲੀਆਂ ਉਡਾਰੀਆਂ ਮਾਰੀਆਂ ਜਾਂਦੀਆਂ ਹਨ। ਜਿਹੜੇ ਕਰਮ ਕਈ ਜਨਮ ਲੈ ਕੇ ਭੋਗਣੇ ਹੁੰਦੇ ਹਨ, ਮਹਾਰਾਜ ਇੱਕ ਸੈਕਿੰਡ ਦੇ ਵਿੱਚ ਸੁਪਨੇ ਦੇ ਵਿੱਚ ਸਾਰੇ ਹੀ ਭੁਗਤਾ ਦਿੰਦੇ ਹਨ। ਐਸੇ ਸਮਰੱਥ ਹਨ। ਜਿਹੜੀਆਂ ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚ ਜਾਣਾ ਹੁੰਦਾ ਹੈ ਨਾ, ਭਟਕਣਾ ਹੁੰਦਾ ਹੈ, ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀਐ। ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀਐ। ਮਹਾਰਾਜ ਦਇਆ ਦੇ ਘਰ ਦੇ ਵਿੱਚ ਆ ਜਾਣ, ਸਾਰੇ ਝੋਰੇ ਮੁੱਕ ਜਾਂਦੇ ਹਨ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ। ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ। ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕਿਹਾ। ਕਹਿੰਦੇ ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਦੇ ਸਿੱਖਾਂ ਦਾ ਰਾਹ ਹੀ ਵੱਖਰਾ ਹੋ ਜਾਂਦਾ ਹੈ। ਐਸੋ ਇਸ ਸੰਸਾਰ ਪਿਖ ਨਾ ਰਹਿ ਨਾ ਕੋ ਪਈ ਹੈ ਰੇ। ਸੂਧੇ ਸੂਧੇ ਰੇਗ ਚਲੋ ਤੁਮ ਨਤਰ ਕੋ ਧੱਕਾ ਦਿਵਈ ਹੈ ਰੇ। ਉੱਥੇ ਦੱਸਿਆ ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ। ਆਵੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਇਸ ਕਰਕੇ ਸਾਧ ਸੰਗਤ ਜੀ ਗੁਰੂ ਨਾਨਕ ਦੇ ਘਰ ਦੀ ਵਡਿਆਈ ਬੜੀ ਵੱਡੀ ਹੈ, ਪਰੇ ਤੋਂ ਪਰੇ ਹੈ। ਪਰ ਸਾਧ ਸੰਗਤ ਜੀ ਚੱਲਣਾ ਔਖਾ ਹੈ। ਜਿਹੜਾ ਚੱਲਦਾ ਹੈ ਫਿਰ ਮਹਾਰਾਜ ਬਰਕਤਾਂ ਬੜੀਆਂ ਪਾਉਂਦੇ ਹਨ, ਰਹਿਮਤਾਂ ਬੜੀਆਂ ਵਰਤਾਉਂਦੇ ਹਨ, ਰਹਿਮਤਾਂ ਦੀ ਬਾਰਿਸ਼ ਕਰ ਦਿੰਦੇ ਹਨ।
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿੰਘ ਸੰਗਤਾਂ ਆ ਰਹੀਆਂ ਹਨ। ਮਹਾਰਾਜ ਹੁਕਮ ਲਿਖਦੇ ਹਨ ਵੀ ਸਾਰੇ ਤੁਸੀਂ ਚੰਗੇ ਚੰਗੇ ਘੋੜੇ, ਹੁਣ ਸਮੇਂ ਦੇ ਹਿਸਾਬ ਦੇ ਨਾਲ ਚੰਗੇ ਚੰਗੇ ਜੋ ਸ਼ਸਤਰ ਹਨ ਉਹ ਲੈ ਕੇ ਆਓ। ਧਰ ਸ਼ਰਧਾ ਗੁਰ ਦਰਸ਼ਨ ਨਿਹਾਰੈ। ਔਰ ਸੰਗਤਾਂ ਬੜੀ ਭਾਰੀ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਬੜੀ ਪ੍ਰਤੀਤ ਦੇ ਨਾਲ, ਪ੍ਰੀਤ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਦੀਦਾਰ ਪਾਉਂਦੇ ਹਨ, ਦਰਸ਼ਨ ਕਰਦੇ ਹਨ। ਗੁਰੂ ਦੇ ਦਰਸ਼ਨਾਂ ਦਾ ਫਲ ਬਹੁਤ ਜ਼ਿਆਦਾ ਹੁੰਦਾ ਹੈ। ਆਏ ਚਰਨ ਗੁਰ ਮੀਠੇ, ਵੱਡੇ ਭਾਗ ਦੇਵੈ ਪਰਮੇਸ਼ਰ, ਕੋਟ ਫਲਾ ਦਰਸ਼ਨ ਗੁਰ ਡੀਠੇ। ਕਰੋੜਾਂ ਫਲ ਝੋਲੀ ਦੇ ਵਿੱਚ ਪੈ ਜਾਂਦੇ ਹਨ ਗੁਰੂ ਦਾ ਦੀਦਾਰ ਕਰਕੇ। ਸੰਗਤਾਂ ਬੜੇ ਪਿਆਰ ਦੇ ਨਾਲ ਮਹਾਰਾਜ ਜੀ ਦਾ ਦਰਸ਼ਨ ਦੀਦਾਰ ਕਰਦੀਆਂ ਹਨ। ਸੁੰਦਰ ਡੀਲ ਸੁਸ਼ੀਲ ਉਚਾਰਤ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਬਹੁਤ ਭਾਰੀ ਡੀਲ ਡੌਲ ਸੁੰਦਰ ਹੈ। ਆਜੁਦ ਪੈਰ ਮਹਾ ਦੁਤ ਤਾਰਤ। ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸ਼ਸਤਰ ਆਦਿਕ ਜਿਹੜੇ ਹਨ ਉਹ ਧਾਰਨ ਕਰਕੇ ਰੱਖਦੇ ਹਨ 11 ਸਾਲ ਦੀ ਉਮਰ ਵਿੱਚ ਹੀ। ਮਨ ਸਿੱਖਨ ਕੇ ਪ੍ਰੇਮ ਉਪਾਵੈ। ਗੁਰਸਿੱਖਾਂ ਦੇ ਮਨਾਂ ਦੇ ਵਿੱਚ ਬਹੁਤ ਭਾਰੀ ਖਿੱਚ ਪੈਂਦੀ ਹੈ। ਵਿਕਸਤ ਮੰਦ ਮੰਦ ਦਰਸਾਵੈ। ਮਹਾਰਾਜ ਮੁਸਕਰਾ ਕਰਕੇ ਗੁਰਸਿੱਖਾਂ ਵੱਲ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਦੇਖਦੇ ਹਨ। ਸਭ ਚਾਹਤ ਦਿਨ ਹੋਏ ਸੋਨੀਕਾ। ਸਾਰੇ ਹੀ ਗੁਰਮੁਖ ਇਹ ਚਾਹੁੰਦੇ ਹਨ ਬੈਠ ਗੁਰੂ ਨਿਕਸਾਵਹਿ ਟੀਕਾ। ਹੁਣ ਸਮਾਂ ਆ ਜਾਵੇ ਮਹਾਰਾਜ ਤਖਤ ਦੇ ਉੱਪਰ ਵਿਰਾਜਮਾਨ ਹੋਣ। ਸ਼ਾਸਤਰ ਸਜਾਏ ਬਿਰਾਜ ਹੈ ਖਰੇ। ਸ਼ਸਤਰਾਂ ਨੂੰ ਧਾਰਨ ਕਰਕੇ ਮਹਾਰਾਜ ਤਖਤ ਦੇ ਉੱਪਰ ਵਿਰਾਜਣ। ਦੁਸ਼ਟ ਦੇ ਦੋਖੀ ਗਨ ਕੋ ਹਰੇ। ਔਰ ਜਿਹੜੇ ਦੁਸ਼ਟ ਦੋਖੀ ਹਨ ਉਹਨਾਂ ਦਾ ਨਾਸ਼ ਕਰਨ। ਦੋਹਰਾ ਸਿੱਖਨ ਬਿਖੈ ਆਨੰਦਤਾ। ਜਿਮ ਰਵ ਤੇ ਅਰਬਿੰਦ। ਜਿਵੇਂ ਕਹਿੰਦੇ ਸੂਰਜ ਨੂੰ ਦੇਖ ਕੇ ਕਮਲ ਜਿਹੜਾ ਹੈ ਉਹ ਖਿੜ ਜਾਂਦਾ ਹੈ, ਇਸ ਤਰ੍ਹਾਂ ਗੁਰਸਿੱਖਾਂ ਦੇ ਮਨਾਂ ਦੇ ਵਿੱਚ ਬਹੁਤ ਭਾਰੀ ਖੇੜਾ ਹੈ। ਕਿਆ ਕਰਹਿ ਕਿਮ ਹੋਏ ਹੈ ਚਿਤ ਮਸੰਦ ਬਿਲੰਦ। ਪਰ ਜਿਹੜੇ ਮਸੰਦ ਸਨ ਉਹਨਾਂ ਦੇ ਮਨਾਂ ਦੇ ਵਿੱਚ ਬੜੀ ਭਾਰੀ ਚਿੰਤਾ ਹੈ। ਉਹਨਾਂ ਨੂੰ ਗੁਰੂ ਦੇ ਉੱਪਰ ਭਰੋਸਾ ਨਹੀਂ, ਉਹਨਾਂ ਨੂੰ ਗੁਰੂ ਦੇ ਉੱਪਰ ਸ਼ੰਕਾ ਹੈ, ਉਹਨਾਂ ਦਾ ਗੁਰੂ ਦੇ ਉੱਪਰ ਵਿਸ਼ਵਾਸ ਨਹੀਂ ਹੈ। ਪਰ ਜਿਹੜੇ ਪਿਆਰੇ ਸ਼ਰਧਾਲੂ ਹਨ, ਜਿਨ੍ਹਾਂ ਦਾ ਭਰੋਸਾ ਹੈ, ਜਿਨ੍ਹਾਂ ਦੀ ਭਾਵਨਾ ਹੈ, ਉਹ ਮਹਾਰਾਜ ਜੀ ਦੇ ਹਰ ਕੌਤਕ ਨੂੰ ਸੱਤ ਕਰਕੇ ਜਾਣ ਰਹੇ ਹਨ। ਉਹ ਮਹਾਰਾਜ ਜੀ ਦੇ ਕੌਤਕਾਂ ਤੋਂ ਬਲਹਾਰ ਜਾ ਰਹੇ ਹਨ ਕਿ ਮਹਾਰਾਜ ਜੀ ਜੋ ਕਰਨਗੇ ਭਲਾ ਹੀ ਕਰਨਗੇ, ਚੰਗਾ ਹੀ ਕਰਨਗੇ। ਇਸ ਤਰੀਕੇ ਦੇ ਨਾਲ ਦੂਰ ਦੁਰੇਡੇ ਤੇ ਉੱਪਰ ਮਹਾਰਾਜ ਜੀ ਨੇ ਹੁਕਮਨਾਮੇ ਭੇਜ ਦਿੱਤੇ। ਅਕਾਲ ਤਖਤ ਸਾਹਿਬ ਜੋ ਹੈ ਉਸ ਦੀ ਮਹਾਰਾਜ ਜੀ ਨੇ ਆਪਣੇ ਹੱਥੀਂ ਨੀਂਹ ਰੱਖ ਦਿੱਤੀ ਹੈ। ਇਸ ਤੋਂ ਅੱਗੇ ਜਿਵੇਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਤਖਤ ਦੇ ਉੱਪਰ ਵਿਰਾਜਮਾਨ ਹੁੰਦੇ ਹਨ, ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ 2 ਮੀਰੀ ਪੀਰ ਦੀਆਂ ਤਲਵਾਰਾਂ ਧਾਰਨ ਕਰਵਾਉਂਦੇ ਹਨ। ਇਹ ਆਪ ਜੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰਨਾ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਫਤਿਹ ਦੀ ਸਾਂਝ ਪਾਈਏ, ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ। ਸਿੱਖਨ ਬਿਖੈ ਆਨੰਦਤਾ। ਜਿਮ ਰਵ ਤੇ ਅਰਬਿੰਦ। ਕਿਆ ਕਰ ਹੈ ਕਿਮ ਹੋਏ ਹੈ ਚਿੰਤ ਮਸੰਦ ਬਿਲੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।